ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਦੇ BA ਭਾਗ ਪਹਿਲਾ ਪੰਜਾਬੀ ਸਾਹਿਤ ਦੇ ਵਿਦਿਆਰਥੀਓ, ਤੁਹਾਡੇ ਸਿਲੇਬਸ ਦੇ ਵਿੱਚ ਸ਼ਾਮਲ ਕੀਤੀ ਗਈ ਪਾਠ ਪੁਸਤਕ ਆਧੁਨਿਕ ਪੰਜਾਬੀ ਕਵਿਤਾ ਅਤੇ ਇਸ ਪਾਠ ਪੁਸਤਕ ਵਿੱਚ ਸ਼ਾਮਲ ਕੀਤੇ ਗਏ ਕਵੀ ਅਵਤਾਰ ਪਾਸ਼, ਉਹਦੇ ਬਾਰੇ ਆਪਾਂ ਅੱਜ ਦੇ ਲੈਕਚਰ ਦੇ ਵਿੱਚ ਗੱਲ ਕਰਾਂਗੇ। ਅਵਤਾਰ ਪਾਸ਼ ਤੇ ਜੀਵਨ ਵੇਰਵੇ ਦੀ ਵੀ ਗੱਲ ਕਰਾਂਗੇ, ਉਹਨਾਂ ਦੀ ਪੰਜਾਬੀ ਕਵਿਤਾ ਨੂੰ ਦੇਣ ਬਾਰੇ ਗੱਲ ਕਰਾਂਗੇ, ਉਹਨਾਂ ਦੀ ਵਿਚਾਰਧਾਰਾ ਦੀ ਗੱਲ ਕਰਾਂਗੇ ਅਤੇ ਉਹਨਾਂ ਦੀਆਂ ਜਿਹੜੀਆਂ ਦੋ ਕਵਿਤਾਵਾਂ ਇਨਕਾਰ ਅਤੇ ਸਭ ਤੋਂ ਖਤਰਨਾਕ, ਉਹਨਾਂ ਦੇ ਸਰਲ ਅਰਥ, ਉਹਨਾਂ ਦੇ ਵਿੱਚੋਂ ਪੈਦਾ ਹੋਣ ਵਾਲੇ ਪ੍ਰਸ਼ਨਾਂ ਦੀ ਗੱਲ ਇਸ ਲੈਕਚਰ ਦੇ ਵਿੱਚ ਆਪਾਂ ਅੱਜ ਕਰਾਂਗੇ। ਵਿਦਿਆਰਥੀਓ, ਸਭ ਤੋਂ ਪਹਿਲਾਂ ਆਪਾਂ ਅੱਜ ਉਹਨਾਂ ਦੀਆਂ ਜਿਹੜੀਆਂ ਦੋਨੇ ਕਵਿਤਾਵਾਂ ਹੈਗੀਆਂ ਇਨਕਾਰ ਅਤੇ ਸਭ ਤੋਂ ਖਤਰਨਾਕ, ਉਹਨਾਂ ਦੇ ਸਰਲ ਅਰਥਾਂ ਦੀ ਗੱਲ ਕਰਦੇ ਹਾਂ। ਫਿਰ ਉਸ ਤੋਂ ਬਾਅਦ ਆਪਾਂ ਉਹਨਾਂ ਦੇ ਜੀਵਨ ਵੇਰਵੇ ਦੀ ਗੱਲ ਕਰਾਂਗੇ ਤੇ ਇਹਨਾਂ ਕੁਐਸਚਨਾਂ ਦੇ ਵਿੱਚੋਂ ਉੱਠਣ ਵਾਲੇ ਪ੍ਰਸ਼ਨਾਂ ਦੀ ਵੀ ਗੱਲ ਕਰਾਂਗੇ। ਉਹਨਾਂ ਦੀ ਜਿਹੜੀ ਪਹਿਲੀ ਕਵਿਤਾ ਹੈ ਇਸ ਪਾਠ ਪੁਸਤਕ ਦੇ ਵਿੱਚ ਵਿਦਿਆਰਥੀ ਸ਼ਾਮਲ ਕੀਤੀ ਗਈ ਹੈ, ਉਹ ਹੈਗੀ ਹੈ ਇਨਕਾਰ। ਹੁਣ ਇਸ ਇਨਕਾਰ ਸ਼ਬਦ ਦਾ ਆਪਣੇ ਆਪ ਦੇ ਵਿੱਚ ਇੱਕ ਗਹਿਰਾ ਅਰਥ ਹੈ। ਇੱਕ ਵਿਚਾਰਧਾਰਾ ਦੀ ਪ੍ਰਸਤੁਤੀ ਹੈ, ਇੱਕ ਵਿਚਾਰਧਾਰਾ ਨੂੰ ਰੱਦ ਕਰਕੇ ਦੂਸਰੀ ਵਿਚਾਰਧਾਰਾ ਦੀ ਸਥਾਪਤੀ ਦੀ ਗੱਲ ਕਰਦੀ ਹੈ ਕਵਿਤਾ। ਅਵਤਾਰ ਪਾਸ਼ ਦੀ ਜਿਹੜੀ ਵਿਚਾਰਧਾਰਾ, ਜੁਝਾਰਵਾਦੀ ਵਿਚਾਰਧਾਰਾ, ਕ੍ਰਾਂਤੀਕਾਰੀ ਵਿਚਾਰਧਾਰਾ, ਜੁਝਾਰਵਾਦੀ ਪੰਜਾਬੀ ਕਵਿਤਾ ਦਾ ਅਵਤਾਰ ਪਾਸ਼ ਸਿਖਰ ਹੈ ਪੰਜਾਬੀ ਕਵਿਤਾ ਦੇ ਵਿੱਚ। ਜੁਝਾਰਵਾਦੀ ਕਵਿਤਾ ਦੇ ਵਿੱਚ ਕਵੀ ਸਮਾਜ ਦੇ ਵਿੱਚ ਸਧਾਰਨ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਦੇ ਲਈ ਇੱਕ ਸੰਗਠਿਤ ਰੂਪ ਦੇ ਵਿੱਚ ਸੰਘਰਸ਼ ਦਾ ਹੋਕਾ ਦਿੰਦੇ ਆ। ਇਹ ਸੰਘਰਸ਼ ਹਥਿਆਰਬੰਦ ਵੀ ਹੋ ਸਕਦਾ ਹੈ ਔਰ ਮੌਕੇ ਦੀ ਜਿਹੜੀ ਸਥਾਪਤੀ ਹੈਗੀ ਹੈ ਉਹਨੂੰ ਬਦਲਣ ਦੇ ਲਈ, ਮੌਕੇ ਦੀ ਜਿਹੜੀ ਸਥਾਪਤੀ ਹੈ ਉਹਦੇ ਜ਼ੁਲਮ ਨੂੰ ਖਤਮ ਕਰਨ ਦੀ ਖਾਤਰ ਇੱਕ ਲੋਕ ਲਹਿਰ ਪੈਦਾ ਕਰਨ ਦਾ ਨਾਂ ਹੀ ਅਸਲ ਦੇ ਵਿੱਚ ਇਸ ਵਿਚਾਰਧਾਰਾ ਜਾਂ ਇਸ ਕਵਿਤਾ ਦਾ ਮੁੱਖ ਮਕਸਦ ਹੈ। ਜੁਝਾਰਵਾਦੀ ਵਿਚਾਰਧਾਰਾ ਦੇ ਵਿੱਚ ਵਿਦਿਆਰਥੀਓ ਕਵੀ ਹੈ ਜਿਹੜਾ ਨਾ, ਉਹ ਸਧਾਰਨ ਲੋਕਾਂ ਨੂੰ ਇੱਕ ਵਿਚਾਰਧਾਰਾ ਦੇ ਨਾਲ ਜੁੜਨ ਦਾ ਸੱਦਾ ਦਿੰਦਾ ਔਰ ਨਾਲ ਹੀ ਸਥਿਤੀਆਂ ਨੂੰ ਬਦਲਣ ਦੇ ਲਈ ਹਥਿਆਰਬੰਦ ਸੰਘਰਸ਼ ਕਰਨ ਦਾ ਵੀ ਹੋਕਾ ਦੇ ਦਿੰਦੀ ਹੈ। ਹੁਣ ਇਸ ਕਵਿਤਾ ਦੇ ਵਿੱਚ ਦੋ ਵਿਚਾਰਧਾਰਾਵਾਂ ਹੈ। ਇੱਕ ਪਾਸੇ ਰੋਮਾਂਸਵਾਦੀ ਵਿਚਾਰਧਾਰਾ ਜਾਂ ਰੋਮਾਂਸਵਾਦੀ ਕਵਿਤਾ ਔਰ ਪ੍ਰਗਤੀਵਾਦੀ ਰੋਮਾਂਟਿਕ ਕਵਿਤਾ, ਸੁਹਜਵਾਦੀ ਕਵਿਤਾ, ਦੂਸਰੇ ਪਾਸੇ ਜੁਝਾਰਵਾਦੀ ਕਵਿਤਾ। ਹੁਣ ਕਵੀ ਕਿਉਂਕਿ ਜੁਝਾਰਵਾਦੀ ਵਿਚਾਰਧਾਰਾ ਨਾਲ ਜੁੜਿਆ ਹੋਇਆ, ਇੱਕ ਪ੍ਰਤੀਬੱਧ ਵਿਚਾਰਧਾਰਾ ਨਾਲ ਜੁੜਿਆ ਹੋਇਆ, ਇਸ ਕਰਕੇ ਉਹ ਜਿਹੜੀਆਂ ਪਹਿਲੀਆਂ ਵਿਚਾਰਧਾਰਾਵਾਂ ਜਾਂ ਜਿਹੜੀਆਂ ਪਹਿਲੀਆਂ ਸੋਚ ਵਾਲੀ ਕਵਿਤਾ ਹੈਗੀ ਉਹਨੂੰ ਰੱਦ ਕਰਦਾ ਹੈ। ਪ੍ਰਗਤੀਵਾਦੀ ਰੋਮਾਂਸਵਾਦ ਨੂੰ ਵੀ ਰੱਦ ਕਰਦਾ, ਉਹ ਜਿਹੜੀ ਸਾਡੀ ਰੋਮਾਂਟਿਕ ਕਵਿਤਾ ਉਹਨੂੰ ਵੀ ਰੱਦ ਕਰਦਾ, ਉਹ ਸਾਡੀ ਸੁਹਜਵਾਦੀ ਕਵਿਤਾ ਨੂੰ ਵੀ ਰੱਦ ਕਰਦਾ। ਆਪਣੀ ਇੱਕ ਨਵੀਂ ਸੋਚ ਨੂੰ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਇਸ ਕਵਿਤਾ ਦੇ ਵਿੱਚ। ਸੋ ਵਿਦਿਆਰਥੀਓ, ਜਿਹੜੀ ਇਹ ਕਵਿਤਾ ਹੈਗੀ ਹੈ ਬੜੀ ਮਹੱਤਵਪੂਰਨ ਕਵਿਤਾ ਹੈਗੀ, ਇਹਦੇ ਬਾਰੇ ਆਪਾਂ ਹੁਣ ਗੱਲ ਕਰਾਂਗੇ। ਹੁਣ ਜਿਹੜੀ ਸੁਹਜਵਾਦੀ ਵਿਚਾਰਧਾਰਾ ਜਾਂ ਸੁਹਜਵਾਦੀ ਵਿਚਾਰਧਾਰਾ ਲੈ ਲਓ ਜਾਂ ਸੁਹਜਵਾਦੀ ਕਵਿਤਾ ਹੈਗੀ ਹੈ ਪੰਜਾਬੀ ਦੀ, ਉਹਦੀ ਪ੍ਰਤੀਨਿਧਤਾ ਸ਼ਿਵ ਕੁਮਾਰ ਬਟਾਲ ਵੀ ਹਰਭਜਨ ਵਗੈਰਾ ਕਰਦੇ ਹੈਗੇ ਆ ਤੇ ਅਵਤਾਰ ਪਾਸ਼ ਉਹਨਾਂ ਦੇ ਬਿਲਕੁਲ ਦੂਸਰੇ ਪੱਖ ਦੀ ਗੱਲ ਕਰਦਾ ਇਸ ਹੁਣ ਆਪਾਂ ਇਹਦੀ ਜਿਹੜੀ ਕਵਿਤਾ ਦੀ ਸਰਲ ਅਰਥ ਸ਼ੁਰੂ ਕਰਦੇ ਹਾਂ, ਫਿਰ ਤੁਹਾਨੂੰ ਇਹ ਚੀਜ਼ ਕਲੀਅਰ ਹੋ ਜੂਗੀ, ਸਪਸ਼ਟ ਹੋ ਜੂਗੀ। ਕਵੀ ਕਹਿੰਦਾ, ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ, ਜਿਨ੍ਹਾਂ ਦੇ ਹੜ 'ਚ ਰੁੜ ਜਾਂਦੀ ਹੈ ਸਾਡੇ ਬੱਚਿਆਂ ਦੀ ਤੋਤਲੀ ਕਵਿਤਾ ਤੇ ਸਾਡੀਆਂ ਧੀਆਂ ਦਾ ਕੰਜਕ ਜਿਹਾ ਹਾਸਾ। ਮੈਂ ਤਾਂ ਜਦ ਵੀ ਕੀਤੀ ਹੈ ਖਾ ਦੇ ਘਾਟੇ, ਕਿਸੇ ਗਰੀਬੜੀ ਦੀ ਹਿੱਕ ਵਾਂਗ ਪਿਚਕ ਕੇ ਗੰਨਿਆਂ ਦੀ ਗੱਲ ਹੀ ਕਰਾਂਗਾ। ਹੁਣ ਇਹ ਕਵੀ ਨੇ ਸ਼ੁਰੂ ਦੇ ਵਿੱਚ ਇੱਕ ਗੱਲ ਸਪਸ਼ਟ ਕਰਤੀ ਹੈ, ਇੱਕ ਲਾਈਨ ਖਿੱਚਤੀ ਹੈ। ਉਹ ਲਾਈਨ ਦੇ ਵਿੱਚ ਇੱਕ ਪਾਸੇ ਉਹ ਲੋਕ ਹੈ ਜਿਹੜੇ ਸੁਹਜਵਾਦ ਦੀ ਗੱਲ ਕਰਦੇ ਹੈ, ਜਿਹੜੇ ਪਿਆਰ ਮੁਹੱਬਤ ਦੀ ਗੱਲ ਕਰਦੇ ਆਪਣੀ ਕਵਿਤਾ ਦੇ ਵਿੱਚ। ਮੈਂ ਕਹਿੰਦਾ, ਮੈਥੋਂ ਆਸ ਨਾ ਕਰਿਓ ਕਿ ਮੈਂ ਤੁਹਾਡੇ ਚਗਲੇ ਹੋਏ ਇਸ ਤਰ੍ਹਾਂ ਦੇ ਸਵਾਦਾਂ ਦੀ ਗੱਲ ਕਰੂੰਗਾ ਆਪਣੀ ਕਵਿਤਾ ਦੇ ਵਿੱਚ। ਮੈਂ ਤਾਂ ਖੇਤਾਂ ਦਾ ਪੁੱਤ ਹਾਂ ਤੇ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਸਧਾਰਨ ਲੋਕ ਹੈ, ਗਰੀਬ ਲੋਕ ਹੈ, ਸਿੰਪਲ ਲੋਕ ਹੈ, ਮਜ਼ਦੂਰ ਹੈ, ਉਹਨਾਂ ਦੀ ਗੱਲ ਕਰੂੰਗਾ, ਨਾ ਕਿ ਮੈਂ ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰੂੰਗਾ। ਭਾਵ ਮੈਂ ਰੋਮਾਂਸਵਾਦੀ ਗੱਲਾਂ ਕਰੂੰਗਾ ਕਵਿਤਾ ਦੇ ਵਿੱਚ। ਹੁਣ ਸਾਡੇ ਜਿਹੜੇ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਹੈ, ਉਹਨਾਂ ਦੇ ਬਹੁਤ ਸਾਰੇ ਅਰਮਾਨ ਹੈ, ਬਹੁਤ ਸਾਰੀਆਂ ਉਹਨਾਂ ਦੇ ਵਿੱਚ ਚਾਅ ਹੈ,
ਉਹ ਸਾਰੇ ਚਾਅ ਤੇ ਅਰਮਾਨ ਰੁੜ ਜਾਂਦੇ ਆ, ਹੜ੍ਹ ਦੇ ਵਿੱਚ ਰੁੜ ਜਾਂਦੇ ਆ। ਜਾਂ ਕਹਿੰਦਾ ਵੀ ਉਹ ਇੱਕ ਮੌਕੇ ਦੀ ਜਿਹੜੀ ਸਰਕਾਰ ਹੈਗੀ ਹੈ ਉਹਦੇ ਬਣਾਏ ਹੋਏ ਕਾਨੂੰਨਾਂ ਦੇ ਵਿੱਚ, ਉਹਦੇ ਬਣਾਏ ਹੋਏ ਜਿਹੜੇ ਲਾ ਹੈਗੇ ਆ ਉਹਨਾਂ ਦੇ ਵਿੱਚ ਉਹ ਦਮ ਤੋੜ ਜਾਂਦੀ ਹੈ ਉਹਨਾਂ ਦੀ ਸੋਚ। ਕਹਿੰਦਾ ਮੈਂ ਗੱਲ ਕਰੂੰਗਾ ਜਿਨ੍ਹਾਂ ਦੇ ਹੜ੍ਹ 'ਚ ਰੁੜ ਜਾਂਦੀ ਹੈ ਸਾਡੇ ਬੱਚਿਆਂ ਦੀ ਤੋਤਲੀ ਕਵਿਤਾ ਤੇ ਉਹ ਗਰੀਬੀ ਦੇ ਵਿੱਚ ਹੀ ਲੰਘ ਜਾਂਦਾ ਔਰ ਬਚਪਨ ਆਉਣ ਤੋਂ ਪਹਿਲਾਂ ਹੀ ਉਹ ਖਤਮ ਹੋ ਜਾਂਦਾ ਹੈ। ਮੈਂ ਤਾਂ ਕਹਿੰਦਾ ਹਮੇਸ਼ਾ ਗੱਲ ਕਰੂੰਗਾ ਸਾਡੀਆਂ ਧੀਆਂ ਦਾ ਕੰਜਕ ਜਿਹਾ ਹਾਸਾ, ਉਹਦੀ ਗੱਲ ਕਰੂੰਗਾ ਮੈਂ ਆਪਣੀ ਕਵਿਤਾ ਦੇ ਵਿੱਚ। ਉਹ ਗੱਲ ਨਹੀਂ ਕਰੂੰਗਾ ਜਿਹੜੀ ਤੁਸੀਂ ਆਪਣੀ ਰੋਮਾਂਸਵਾਦੀ ਕਵਿਤਾ ਦੇ ਵਿੱਚ ਕਰ ਰਹੇ ਹੋ। ਮੇਰੀ ਕਵਿਤਾ 'ਚ ਕੀ ਪੇਸ਼ ਹੋ ਰਿਹਾ, ਮੈਂ ਤਾਂ ਜਦ ਵੀ ਕੀਤੀ ਹੈ ਖਾਦ ਦੇ ਘਾਟੇ ਦੀ ਗੱਲ ਕੀਤੀ ਹੈ। ਖੇਤਾਂ ਦੇ ਵਿੱਚ ਜਦੋਂ ਖਾਦ ਦੀ ਲੋੜ ਹੁੰਦੀ ਹੈ ਉਸ ਸਮੇਂ ਵਪਾਰੀ ਵਰਗ, ਖਾਸ ਵਪਾਰੀ ਵਰਗ ਹੁੰਦਾ ਜਿਹੜਾ ਉਹ ਖਾਦ ਨੂੰ ਜਮ੍ਹਾਂ ਕਰ ਲੈਂਦਾ ਹੈ ਤੇ ਇਹ ਕਹਿ ਦਿੱਤਾ ਜਾਂਦਾ ਹੈ ਕਿ ਮਾਰਕੀਟ ਦੇ ਵਿੱਚ ਖਾਦ ਨਹੀਂ ਆ ਰਹੀ ਤੇ ਉਹ ਖਾਦ ਨੂੰ ਮਹਿੰਗੇ ਭਾਅ ਵੇਚਦਾ ਹੈ ਬੈਕਡੋਰ ਐਂਟਰੀ ਦੇ ਥਰੂ, ਜਾਂ ਕਹਿੰਦੇ ਆ ਵੀ ਰਾਤ ਨੂੰ ਜਾਂ ਲੁਕ ਛਿਪ ਕੇ ਮਹਿੰਗੇ ਭਾਅ ਦੇ ਵਿੱਚ ਉਸ ਖਾਦ ਨੂੰ ਵੇਚਦਾ। ਕਹਿੰਦਾ ਮਾਰਕੀਟ ਦੇ ਵਿੱਚ ਖਾਦ ਦੇ ਘੱਟ ਦੀ ਗੱਲ ਕਰਕੇ ਤੇ ਸਧਾਰਨ ਕਿਸਾਨਾਂ ਨੂੰ 100 ਰੁਪਏ ਵਾਲੀ ਚੀਜ਼ 500 ਰੁਪਏ 'ਚ ਵੇਚਦਾ ਹੈ। ਮੈਂ ਉਹਦੇ ਤੇ ਪ੍ਰਸ਼ਨ ਚਿੰਨ੍ਹ ਕਰੂੰਗਾ। ਕਿਸੇ ਗਰੀਬੜੀ ਦੀ ਹਿੱਕ ਵਾਂਗ ਪਿਚਕ ਗਏ ਗੰਨਿਆਂ ਦੀ ਗੱਲ ਕਰਾਂਗਾ। ਜਿਹੜੇ ਕਮਾਦ ਲਾਇਆ ਸੀ, ਗੰਨੇ ਲਾਏ ਸੀਗੇ ਮਿੱਲਾਂ ਦੇ ਵਿੱਚ ਵੇਚਣ ਦੀ ਖਾਤਰ, ਉਹਨਾਂ ਤੋਂ ਪੈਸਾ ਕਮਾਉਣ ਦੀ ਖਾਤਰ, ਪਰ ਉਹ ਮਿੱਲਾਂ ਵਾਲਿਆਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਉਹ ਖੜਾ ਹੀ ਪਿਚਕ ਗਿਆ ਜਿਵੇਂ ਇੱਕ ਗਰੀਬ ਔਰਤ ਦੀ ਹਿੱਕ ਪਿਚਕਦੀ ਹੈ। ਮੈਂ ਉਹਦੀ ਗੱਲ ਕਰਾਂਗਾ। ਮੈਂ ਦਲਾਨ ਦੇ ਖੂੰਜੇ 'ਚ ਪਈ ਸੋਨੇ ਦੀ ਫਸਲ ਤੇ ਦਲਾਨ ਦੇ ਬੂਹੇ ਤੇ ਖੜੇ ਸਿਆਲ ਦੀ ਹੀ ਗੱਲ ਕਰਾਂਗਾ। ਕਹਿੰਦਾ ਮੈਂ ਤਾਂ ਜਿਹੜੀ ਵਿਹੜੇ ਦੇ ਵਿੱਚ ਸੌਣੀ ਦੀ ਫਸਲ ਆ ਜਿਹੜੀ ਉਹ ਰੁਲ ਰਹੀ ਹੈ ਵਿਕਣ ਕੰਨੀਓ, ਉਹਦੀ ਗੱਲ ਕਰੂੰਗਾ ਜਾਂ ਤਾਂ, ਤੇ ਜਾਂ ਫਿਰ ਅੱਗੇ ਜਿਹੜਾ ਸਿਆਲ ਆ ਰਿਹਾ ਗਰਮੀ ਦੀ ਰੁੱਤ ਤੋਂ ਬਾਅਦ ਤੇ ਸਧਾਰਨ ਬੰਦੇ ਨੇ ਸਿਆਲ ਨੂੰ ਕਿਸ ਢੰਗ ਦੇ ਨਾਲ ਕੱਢਣਾ ਹੈ ਉਹਦੇ ਬਾਰੇ ਉਹ ਸੋਚ ਰਿਹਾ, ਉਹਦੀ ਗੱਲ ਕਰੂੰਗਾ। ਮੈਂ ਤਾਂ ਸਧਾਰਨ ਸਿੰਪਲ ਲੋਕਾਂ ਦੀ ਗੱਲ ਕਰੂੰਗਾ, ਗਰੀਬ ਲੋਕਾਂ ਦੀ ਗੱਲ ਕਰੂੰਗਾ। ਆਪਣੀ ਕਵਿਤਾ ਦੇ ਵਿੱਚ ਉਹਨਾਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰੂੰਗਾ ਔਰ ਉਹਨਾਂ ਦੀਆਂ ਸਮੱਸਿਆਵਾਂ ਦੇ ਹੱਲ ਦੇ ਲਈ ਉਹਨਾਂ ਨੂੰ ਕੋਈ ਸੁਝਾਅ ਜਾਂ ਉਹਨਾਂ ਦੇ ਲਈ ਕੋਈ ਇੱਕ ਇਸ ਤਰ੍ਹਾਂ ਦੀ ਲਹਿਰ ਪੈਦਾ ਕਰਨ ਦੀ ਕੋਸ਼ਿਸ਼ ਕਰੂੰਗਾ ਜਿਹੜੀਆਂ ਉਹਨਾਂ ਦੀਆਂ ਸਮੱਸਿਆਵਾਂ ਨੂੰ ਖਤਮ ਕਰਦੀ ਹੋਵੇ। ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਸਰਦੀ ਦੀ ਰੁੱਤ ਖਿੜਨ ਵਾਲੇ ਫੁੱਲਾਂ ਦੀਆਂ ਕਿਸਮਾਂ ਦੇ ਨਾਂ ਤੇ ਪਿੰਡ ਦੀਆਂ ਕੁੜੀਆਂ ਦੇ ਨਾਂ ਗੁਣਾ ਧਰਾਂਗਾ। ਹੁਣ ਇਹ ਚੀਜ਼ਾਂ ਕੌਣ ਕਰ ਸਕਦੇ ਆ? ਰੋਮਾਂਟਿਕ ਕਵੀ। ਇਹ ਚੀਜ਼ਾਂ ਕੌਣ ਕਰ ਸਕਦੇ ਆ? ਸੋਹਜਵਾਦੀ ਕਵੀ। ਮੈਂ ਕਹਿੰਦਾ ਸੋਹਜਵਾਦੀ ਕਵੀਆਂ ਦੀ ਤਰ੍ਹਾਂ ਮੇਥੇ ਤੋਂ ਆਸ ਨਾ ਕਰਿਓ ਕਿ ਮੈਂ ਸਰਦੀ ਦੀ ਰੁੱਤ ਦੇ ਵਿੱਚ ਜਿਹੜੇ ਫੁੱਲ ਖਿੜਦੇ ਆ ਉਹਨਾਂ ਦੇ ਨਾਵਾਂ ਦਾ ਜ਼ਿਕਰ ਕਰਾਂਗੇ ਆਪਣੀ ਕਵਿਤਾ ਦੇ ਵਿੱਚ, ਤੇ ਨਾ ਹੀ ਮੈਥੋਂ ਇਹ ਆਸ ਕਰਿਓ ਕਿ ਜਿਹੜੀਆਂ ਪਿੰਡ ਦੀਆਂ ਸੋਹਣੀਆਂ ਕੁੜੀਆਂ ਹੈਗੀਆਂ ਉਹਨਾਂ ਦੇ ਨਾਮ ਮੈਂ ਵੱਖ-ਵੱਖ ਤਰ੍ਹਾਂ ਦੇ ਨਾਲ ਆਪਣੇ ਹਿਸਾਬ ਨਾਲ ਰੱਖਾਂਗਾ। ਜਿਵੇਂ ਕਿਸੇ ਫਿਲਮੀ ਹੀਰੋਇਨ ਦੇ ਨਾਂ ਦੇ ਨਾਲ ਜੋੜ ਕੇ ਉਹਦਾ ਨਾਂ ਰੱਖੂੰਗਾ ਜਾਂ ਇੱਦਾਂ ਦਾ ਜ਼ਿਕਰ ਕਰੂੰਗਾ। ਮੈਥੋਂ ਇਹ ਚੀਜ਼ ਦੀ ਆਸ ਨਾ ਕਰਿਓ। ਮੈਥੋਂ ਕੀ ਆਸ ਕਰੋਗੇ ਤੁਸੀਂ? ਮੈਥੋਂ ਆਸ ਇਹ ਕਰਿਓ ਕਿ ਮੈਂ ਬੈਂਕ ਦੇ ਸੈਕਟਰੀ ਦੀਆਂ ਖਚਰੀਆਂ ਮੁੱਛਾਂ, ਸਰਪੰਚ ਦੀ ਥਾਣੇ ਤੱਕ ਲੰਬੀ ਪੂਛ ਦੀ ਤੇ ਉਸ ਪੂਰੇ ਚਿੜੀਆ ਘਰ ਦੀ ਜੋ ਮੈਂ ਆਪਣੀ ਹਿੱਕ ਉੱਤੇ ਪਾਲ ਰੱਖਿਆ ਉਹਦੀ ਗੱਲ ਕਰੂੰਗਾ। ਕਹਿੰਦਾ ਮੈਂ ਹੁਣ ਦੇਖੋ ਜਿਹੜੀ ਗੱਲ ਹੈਗੀ ਹੈ ਬੈਂਕ ਦੇ ਸੈਕਟਰੀ, ਕੋਆਪਰੇਟਿਵ ਬੈਂਕ ਦਾ ਸੈਕਟਰੀ ਹੈ, ਉਹ ਕਿਸਾਨ ਤੋਂ ਕਿਸ਼ਤ ਨਹੀਂ ਭਰੀ ਗਈ, ਉਹਦੇ ਘਰੇ ਆਉਂਦਾ ਬਾਰ-ਬਾਰ ਚੱਕਰ ਮਾਰਦਾ ਹੈ ਤੇ ਉਹਨੂੰ ਵਿਅੰਗ ਦੇ ਨਾਲ ਉਹਦੇ ਤੇ ਹੱਸਦਾ ਹੈ। ਖਚਰੀਆਂ ਮੁੱਛਾਂ ਦੇ ਵਿੱਚੋਂ ਹਾਸਾ ਜਿਹੜਾ ਹੱਸਦਾ ਉਹ ਵਿਅੰਗ ਵਾਲਾ ਹਾਸਾ ਹੈ। ਤੇ ਜਾਂ ਜਿਹੜਾ ਪਿੰਡ ਦਾ ਅਮੀਰ ਵਰਗ ਹੈ, ਪਿੰਡ ਦਾ ਜਿਹੜਾ ਸਰਪੰਚ ਹੈ, ਉਹਦੀ ਦੂਰ ਤੱਕ ਪਹੁੰਚ ਹੈ। ਥਾਣੇ ਦੇ ਵਿੱਚ ਆਪਣੇ ਹਿਸਾਬ ਦੇ ਨਾਲ ਉਹ ਮੁਕੱਦਮਿਆਂ ਨੂੰ ਪੇਸ਼ ਕਰਦਾ ਹੈ ਔਰ ਉਹਨਾਂ ਨੂੰ ਨਜਿੱਠਦਾ ਹੈ। ਜਿਹਦਾ ਹੱਕ ਦੇ ਵਿੱਚ ਉਹ ਬੰਦਾ ਕੋਸ਼ਿਸ਼ ਨਿਆਂ ਦੀ ਗੱਲ ਨਹੀਂ ਕਰਦਾ, ਉਹ ਨਿਆਂ ਦੀ ਬਜਾਏ ਆਪਣੇ ਹਿਸਾਬ ਦੇ ਨਾਲ ਲੋਕਾਂ ਨੂੰ ਨਿਆਂ ਦੀ ਪੇਸ਼ਕਾਰੀ ਕਰਦਾ। ਤੇ ਜਾਂ ਫਿਰ ਉਹਦੇ ਪਿੱਛੇ ਜਿਹੜੇ ਲੋਕ ਖੜੇ ਹੈਗੇ ਪੂਰਾ ਚਿੜੀਆ ਘਰ, ਜਿਹੜੇ ਲੋਕ ਗੁੰਡੇ ਹੈ, ਜਿਹੜੇ ਲੋਕ ਬਦਮਾਸ਼ ਹੈ, ਜਿਨ੍ਹਾਂ ਨੂੰ ਉਹਨੇ ਪਾਲਿਆ ਹੋਇਆ ਔਰ ਉਹ ਆਪਣੀ ਰਾਜਨੀਤੀ ਨੂੰ ਉਹਨਾਂ ਦੇ ਸਿਰ ਤੇ ਚਮਕਾ ਰਿਹਾ, ਉਸ ਗੈਂਗਾਂ ਦੀ ਉਹਨਾਂ ਦੀ ਗੱਲ ਕਰੂੰਗਾ। ਕਹਿੰਦਾ ਮੈਂ ਤਾਂ ਇਹ ਸਾਰਾ ਇੱਕ ਤਰ੍ਹਾਂ ਦਾ ਅਜਾਇਬ ਘਰ ਹੀ ਹੈ ਸਾਡੇ ਸਮਾਜ ਦੇ ਲਈ, ਇੱਕ ਤਰ੍ਹਾਂ ਦੇ ਨਾਲ ਸਮੁੱਚਾ ਸਿਸਟਮ ਹੈ ਜਿਹੜਾ ਸਾਡੇ ਸਧਾਰਨ ਲੋਕਾਂ ਦਾ, ਗਰੀਬ ਲੋਕਾਂ ਦੇ ਇੱਜ਼ਤਾਂ ਦੇ ਨਾਲ ਖੇਡਦਾ ਜਾਂ ਉਹਨਾਂ ਦੀਆਂ ਜਿਹੜੀਆਂ ਲੋੜਾਂ ਹੈਗੀਆਂ ਉਹਨਾਂ ਤੋਂ ਪੂਰਾ ਕਰਨ ਦੇ ਰਾਹ ਦੇ ਵਿੱਚ ਰੋੜਾ ਹੈ, ਜਾਂ ਫਿਰ ਜਿਹੜਾ ਇੱਕ ਨਿਆਂ ਪ੍ਰਣਾਲੀ ਆ ਉਹਨੂੰ ਵੀ ਇਹ ਚੀਜ਼ਾਂ ਸਾਰੀਆਂ ਪ੍ਰਭਾਵਿਤ ਕਰਦੀਆਂ। ਮੈਂ ਇਹਨਾਂ ਦੀ ਗੱਲ ਹੀ ਕਰੂੰਗਾ। ਕਹਿੰਦਾ ਜੋ ਮੈਂ ਆਪਣੀ ਹਿੱਕ ਅੰਦਰ ਸਾਂਭ ਰੱਖਿਆ ਹੈ ਜਾਂ ਇਦਾਂ ਦੀ ਹੀ ਕੋਈ ਕਰੜੀ ਬਰੜੀ ਗੱਲ ਕਰਾਂਗਾ। ਕਹਿੰਦਾ ਮੇਰੀ ਕਵਿਤਾ ਦੇ ਵਿੱਚ ਤਾਂ ਫਿਰ ਇਹਨਾਂ ਲੋਕਾਂ ਦੀ ਹੀ ਗੱਲ ਹੋਊਗੀ, ਇਹਨਾਂ ਲੋਕਾਂ ਦੀਆਂ ਸਮੱਸਿਆਵਾਂ ਦੀ ਹੀ ਗੱਲ ਹੋਊਗੀ। ਮੇਰੇ ਤੋਂ ਆਸ ਨਾ ਕਰੋ ਕਿ ਮੈਂ ਮੁਹੱਬਤ ਦੀ ਗੱਲ ਕਰੂੰਗਾ, ਪਿਆਰ ਦੀ ਗੱਲ ਕਰੂੰਗਾ ਆਪਣੀ ਕਵਿਤਾ ਦੇ ਵਿੱਚ। ਹੁਣ ਇਹ ਦੇਖੋ ਅੱਗੇ ਕਹਿੰਦਾ ਜਿਵੇਂ ਰੋਮਾਂਸਵਾਦੀ ਲੋਕਾਂ ਦੇ ਕੋਲ ਹੁੰਦੀ ਹੈ, ਰੋਮਾਂਸਵਾਦੀ ਕਵੀਆਂ ਕੋਲੇ ਹੁੰਦੀ ਹੈ
ਸੁਹਜਵਾਦੀ ਕਵੀਆਂ ਕੋਲੇ ਹੁੰਦੀ ਹੈ, ਮੇਰੇ ਕੋਲ ਉਹ ਚੀਜ਼ ਨਹੀਂ ਹੈਗੀ। ਮੇਰੇ ਲਈ ਦਿਲ ਤਾਂ ਬਸ ਇੱਕ ਪਾਣ ਦੇ ਪੱਤੇ ਵਰਗਾ ਲੋਥੜਾ ਹੈ। ਜਿਸ ਤਰ੍ਹਾਂ ਪਾਣ ਦਾ ਪੱਤਾ ਹੁੰਦਾ ਨਾ, ਉਹ ਸ਼ਕਲ ਮੇਰੇ ਲਈ ਤਾਂ ਇੱਕ ਦਿਲ ਹੈ, ਇੱਕ ਮਾਸ ਦਾ ਲੋਥੜਾ ਹੀ ਹੈ। ਮੇਰੇ ਲਈ ਇਹ ਤੋਂ ਵੱਧ ਕੁਛ ਨਹੀਂ ਹੈਗਾ ਦਿਲ। ਜਦ ਕਿ ਉਹ ਦਿਲ ਦੇ ਉੱਪਰ ਪੂਰੀ ਦੀ ਪੂਰੀ ਕਵਿਤਾ ਲਿਖ ਦਿੰਦੇ ਆ। ਕਹਿੰਦਾ ਮੇਰੇ ਲਈ ਹੁਸਨ ਕੋਈ ਮੱਕੀ ਦੀ ਲੂਣ ਭੁੱਕੀ ਹੋਈ ਰੋਟੀ ਜਿਹੀ ਲੱਜਤ ਹੈ। ਕਹਿੰਦਾ ਹੁਸਨ ਹੈ ਨਾ ਜਿਹੜਾ, ਮੇਰੇ ਲਈ ਹੁਸਨ ਦੇ ਨਾਲੋਂ ਮੱਕੀ ਦੀ ਰੋਟੀ ਦੇ ਉੱਪਰ ਜਦੋਂ ਲੂਣ ਭੁੱਕ ਕੇ ਮੈਂ ਖਾਣਾ, ਮੈਨੂੰ ਉਹ ਜ਼ਿਆਦਾ ਵਧੀਆ ਲੱਗਦਾ। ਇੱਕ ਗਰੀਬ ਬੰਦੇ ਦੇ ਲਈ ਸਭ ਤੋਂ ਪਹਿਲਾਂ ਢਿੱਡ ਭਰਨ ਦੀ ਗੱਲ ਹੈ, ਨਾ ਕਿ ਪਿਆਰ ਮੁਹੱਬਤ ਦੀ ਗੱਲ। ਤੇ ਸਾਡੇ ਸਮਾਜ ਦੇ ਵਿੱਚ 80% ਲੋਕ ਉਹ ਹੈ ਜਿਹੜੇ ਮੁੱਢਲੀਆਂ ਲੋੜਾਂ ਦੇ ਲਈ ਸੰਘਰਸ਼ ਕਰ ਰਹੇ ਆ। ਉਹਨਾਂ ਮੁੱਢਲੀਆਂ ਲੋੜਾਂ ਦੇ ਲਈ ਜਿਹੜੇ ਲੋਕ ਸੰਘਰਸ਼ ਕਰ ਰਹੇ ਆ ਨਾ, ਮੈਂ ਉਹਨਾਂ ਦੇ ਫਿਕਰ ਕਰ ਰਿਹਾ। ਮੈਂ ਉਹਨਾਂ ਦੀ ਗੱਲ ਆਪਣੀ ਕਵਿਤਾ ਦੇ ਵਿੱਚ ਕਰੂੰਗਾ। ਵਿਦਿਆਰਥੀਓ, ਜਿਹੜੇ ਉਤਪਾਦਨ ਦੇ ਸਾਧਨ ਹੈ ਨਾ, ਇਹ ਕੁਝ ਲੋਕਾਂ ਦੇ ਕਬਜ਼ੇ ਦੇ ਹੇਠ ਹੈ ਤੇ ਉਹ ਉਹਨਾਂ ਦੇ ਉੱਪਰ ਕਬਜ਼ਾ ਕਰੀ ਬੈਠੇ ਹੈਗੇ ਆ। ਸਧਾਰਨ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਵੀ ਪੂਰੀਆਂ ਨਹੀਂ ਹੁੰਦੀਆਂ। ਇਸੇ ਕਰਕੇ ਕਵੀ ਇਸ ਚੀਜ਼ ਦੇ ਨੂੰ ਵਾਰ-ਵਾਰ ਪੇਸ਼ ਕਰ ਰਿਹਾ ਕਿ ਮੈਂ ਉਹਨਾਂ ਸਧਾਰਨ ਲੋਕਾਂ ਦੀਆਂ ਜਿਹੜੀਆਂ ਮੁੱਢਲੀਆਂ ਲੋੜਾਂ ਹੈ, ਉਹਨਾਂ ਦੀ ਪ੍ਰਾਪਤੀ ਦੇ ਲਈ ਸੰਘਰਸ਼ ਕਰ ਰਹੇ ਹੈਗੇ। ਉਹਨਾਂ ਨੂੰ ਇੱਕ ਰਾਹ ਦਿਖਾਊਂਗਾ, ਰਾਹ ਦਿਖਾਉਣ ਦੇ ਲਈ ਉਹਨਾਂ ਦੇ ਹੱਕ ਦੇ ਵਿੱਚ ਲਿਖੂੰਗਾ। ਮੇਰੇ ਲਈ ਜ਼ਿੰਦਗੀ ਘਰ ਦੀ ਸ਼ਰਾਬ ਵਾਂਗ ਲੁਕ ਪੀਣ ਦੀ ਕੋਈ ਸ਼ੈ ਹੈ। ਕਹਿੰਦਾ ਜ਼ਿੰਦਗੀ ਮੇਰੇ ਲਈ ਇਹ ਨਹੀਂ ਹੈਗੀ ਕਿ ਮੈਂ ਪਹਾੜਾਂ ਦੀ ਗੱਲ ਕਰੂੰਗਾ ਜਾਂ ਮੈਂ ਇਹਨੂੰ ਰੋਮਾਂਟਿਕ ਗੱਲਾਂ ਦੇ ਵਿੱਚ ਲੰਘਾ ਦੂੰਗਾ। ਜ਼ਿੰਦਗੀ ਤਾਂ ਕਹਿੰਦਾ ਸਾਡੇ ਲਈ ਸਿਰਫ ਲੁਕ ਕੇ ਜਿਉਣ ਵਾਲੀ ਚੀਜ਼ ਹੈ। ਜਿਵੇਂ ਇੱਕ ਸ਼ਰਾਬ ਕਹਿੰਦਾ ਲੁਕ ਕੇ ਪੀਣ ਦੀ ਹੈ ਨਾ, ਉਸ ਤਰ੍ਹਾਂ ਲੁਕ ਕੇ ਜਿਉਣ ਵਾਲੀ ਚੀਜ਼ ਹੈ। ਸਾਡੇ ਗਰੀਬ ਲੋਕਾਂ ਲਈ ਤਾਂ ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਖਰਗੋਸ਼ ਵਾਂਗ ਰੂਹੀਆਂ ਦੀ ਕੁਲੀ ਮਹਿਕ ਨੂੰ ਭੁੱਲੇ ਜੇ ਸੁੰਘਾਂ। ਕਹਿੰਦਾ ਮੈਥੋਂ ਇਹ ਚੀਜ਼ ਵੀ ਦੀ ਆਸ ਵੀ ਨਾ ਕਰਿਓ ਕਿ ਮੈਂ ਹਰ ਇੱਕ ਚੀਜ਼ ਨੂੰ ਉਹਦੀ ਸੁੰਦਰਤਾ ਦੀ ਗੱਲ ਹੀ ਕਰੀ ਜਾਊਂਗਾ ਔਰ ਉਹਦੇ ਹੁਸਨਾ ਦੀ ਗੱਲ ਹੀ ਕਰੀ ਜਾਊਂਗਾ। ਮੈਂ ਤਾਂ ਕਹਿੰਦਾ ਉਹ ਬੰਦਾ, ਮੈਂ ਹਰ ਕਾਸੇ ਨੂੰ ਜੋਤਾ ਲੱਗੇ ਹੋਏ ਬਲਦ ਦੇ ਵਾਂਗ ਖੁਰਲੀ ਉੱਤੇ ਸਿੱਧਾ ਹੋ ਕੇ ਟੱਕਰਿਆ। ਮੇਰੀ ਤਾਂ ਕਹਿੰਦਾ ਮਨ ਦੇ ਵਿੱਚ ਖੇਤਾਂ ਦਾ ਪੁੱਤਾਂ, ਕਹਿੰਦਾ ਮੈਥੋਂ ਤਾਂ ਗੱਲ ਹੁੰਦੀ ਨਹੀਂ ਲੁੱਕ ਕੇ। ਮੈਂ ਤਾਂ ਜਦੋਂ ਵੀ ਗੱਲ ਕੀਤੀ ਹੈ ਹਮੇਸ਼ਾ ਸਿੱਧੇ ਮੂੰਹ ਗੱਲ ਕੀਤੀ ਹੈ ਔਰ ਸਾਹਮਣੇ ਹੋ ਕੇ ਗੱਲ ਕੀਤੀ ਹੈ। ਮੈਂ ਸੱਚ ਨੂੰ ਕਹਿ ਦੇਣਾ ਅਗਲੇ ਦੇ ਮੂੰਹ ਦੇ ਉੱਪਰ। ਜਿਸ ਤਰ੍ਹਾਂ ਇੱਕ ਬਲਦ ਹੈ ਜਦੋਂ ਜੋਤਾ ਲਾ ਲੈਂਦਾ ਹੈ ਨਾ, ਉਸ ਤੋਂ ਬਾਅਦ ਭੁੱਖਾ ਹੁੰਦਾ ਹੈ ਤੇ ਇੱਕਦਮ ਭੱਜ ਕੇ ਆ ਕੇ ਖੁੱਲਣੀ ਤੇ ਆ ਕੇ ਆਪਣਾ ਚਾਰਾ ਚਰਦਾ ਹੈ। ਉਸ ਤਰ੍ਹਾਂ ਦੇ ਨਾਲ ਮੇਰੇ ਮਨ ਦੇ ਵਿੱਚ ਵੀ ਕੋਈ ਵੀ ਇਸ ਤਰ੍ਹਾਂ ਦਾ ਵਹਿਮ ਨਹੀਂ ਹੈਗਾ ਜਾਂ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਕਿ ਜਿਹੜੀ ਮੈਂ ਲੁਕੋ ਕੇ ਰੱਖਾਂ। ਮੈਂ ਤਾਂ ਜਿਹੜੀ ਗੱਲ ਹੈਗੀ ਮੈਂ ਕਹਿ ਦਊਂਗਾ। ਅਗਲੇ ਪੈਰੇ ਬੜੇ ਮਹੱਤਵਪੂਰਨ ਆ। ਮੈਂ ਜੱਟਾਂ ਦੇ ਸਾਧ ਹੋਣ ਤੋਂ ਉਹਨਾਂ ਦਾ ਸਫਰਾਂ, ਮੈਂ ਬੁੱਢੇ ਮੋਚੀ ਦੀ ਗੁੰਮੀ ਹੋਈ ਅੱਖ ਦੀ ਲੋਆਂ। ਇਹਨਾਂ ਲੋਕਾਂ ਦੀ ਗੱਲ ਕਰਨੀ ਮੈਂ ਤਾਂ ਕਵਿਤਾ ਦੇ ਵਿੱਚ। ਕਹਿੰਦਾ ਜੱਟ ਜਦੋਂ ਅੱਕ ਜਾਂਦਾ, ਖੇਤੀ ਕਰਦਾ, ਬਹੁਤ ਜ਼ਿਆਦਾ ਸਮੱਸਿਆ ਦੇ ਵਿੱਚ ਹੁੰਦਾ ਹੈ, ਭਾਦੋਂ ਦੇ ਜੋਤਰੇ ਲਾਉਂਦਾ ਹੈ ਔਰ ਉਸ ਸਮੇਂ ਜਦੋਂ ਕਹਿੰਦਾ ਮੈਂ ਦੁਖੀ ਹਾਲਤ ਦੇ ਵਿੱਚ ਹੋ ਕੇ ਕਹਿੰਦਾ ਸਾਧ ਬਣਨ ਦੀ ਸੋਚਦਾ ਹੈ, ਉਦੋਂ ਉਰਾਂ ਦੇ ਸਫ਼ਰ ਦੀ ਗੱਲ ਕਰ ਰਿਹਾ। ਕਹਿੰਦਾ ਮੈਂ ਬੁੱਢੇ ਮੋਚੀ ਦੀ ਗੁੰਮੀ ਹੋਈ ਅੱਖ ਦੀ ਲੋਆਂ। ਜਿਹੜਾ ਮੁੱਚੀ ਹੈ ਸਾਰੀ ਉਮਰ ਉਹ ਜੁੱਤੀਆਂ ਗੰਢਦਾ ਰਿਹਾ ਤੇ ਉਹਦੇ ਸਧਾਰਨ ਲੋੜਾਂ ਵੀ ਪੂਰੀਆਂ ਨਾ ਹੋ ਸਕੀਆਂ ਤੇ ਉਹਦੀਆਂ ਅੱਖਾਂ ਵੀ ਜਵਾਬ ਦੇ ਗਈਆਂ। ਮੈਂ ਉਸ ਦੀ ਅੱਖਾਂ ਦੀ ਲੋਹ ਦੀ ਗੱਲ ਕਰੂੰਗਾ, ਉਹਦੀਆਂ ਸਮੱਸਿਆਵਾਂ ਨੂੰ ਪੇਸ਼ ਕਰਨ ਦੀ ਗੱਲ ਕਰੂੰਗਾ। ਮੈਂ ਟੁੰਡੇ ਹੌਲਦਾਰ ਦੇ ਸੱਜੇ ਹੱਥ ਦੀ ਯਾਦ ਹਾਂ ਕੇਵਲ। ਤੇ ਇੱਕ ਹੌਲਦਾਰ ਜਿਹੜਾ ਸਿੰਪਲ ਸਧਾਰਨ ਜਾਂ ਪੁਲਿਸ ਦੇ ਵਿੱਚ ਭਰਤੀ ਹੋ ਕੇ ਸਾਰੀ ਉਮਰ ਉਹੀ ਅਹੁਦੇ ਤੇ ਰਿਹਾ ਤੇ ਜਦੋਂ ਕੋਈ ਮੁਕਾਬਲਾ ਹੋਇਆ ਉਸ ਮੁਕਾਬਲੇ ਦੇ ਵਿੱਚ ਉਹਦਾ ਕਿਤੇ ਨਾ ਕਿਤੇ ਕੋਈ ਸੱਜਾ ਹੱਥ ਖਤਮ ਹੋ ਜਾਂਦਾ, ਟੁੱਟ ਜਾਂਦਾ। ਮੈਂ ਸਿਰਫ ਕਹਿੰਦਾ ਉਹਨਾਂ ਲੋਕਾਂ ਦੀ ਯਾਦ ਹੀ ਹਾਂ। ਮੈਂ ਪਿੰਡੇ ਵਕਤ ਦੇ ਚੱਪਾ ਸਦੀ ਦਾ ਦਾਗ ਹਾਂ ਕੇਵਲ। ਚੱਪਾ ਸਦੀ ਦਾ ਦਾਗ ਚੌਥਾ ਹਿੱਸਾ। ਮੇਰੀ ਉਮਰ ਕਹਿੰਦਾ ਸਿਰਫ 25 ਸਾਲਾਂ ਦੀ ਲਾਓ ਜਾਂ ਕਹਿੰਦਾ ਮੈਂ ਜ਼ਿੰਦਗੀ ਨੂੰ ਹਜੇ ਸਦੀ ਦੇ ਵਿੱਚੋਂ ਚੌਥਾ ਹਿੱਸਾ ਹੀ ਗੁਜ਼ਾਰਿਆ ਤੇ ਮੇਰੀ ਕਲਪਨਾ ਉਸ ਲਹਾਰ ਦੇ ਥਾਂ ਲੁੱਸੇ ਮਾਸ ਵਰਗੀ ਹੈ ਜੋ ਬੇਰਹਿਮ ਅਸਮਾਨ ਤੇ ਖਿਜਿਆ ਰਹੇ ਇੱਕ ਹਵਾ ਦੇ ਬੁੱਲੇ ਲਈ, ਜਿਹਦੇ ਹੱਥ ਵਿਚਲਾ 14 ਫਾਲਾ ਕਦੀ ਤਲਵਾਰ ਬਣ ਜਾਏ, ਕਦੀ ਬਸ ਪੱਠਿਆਂ ਦੀ ਪੰਡ ਰਹਿ ਜਾਵੇ। ਕਹਿੰਦਾ ਮੈਂ ਉਸ ਲੁਹਾਰ ਦੀ ਗੱਲ ਕਰਦਾ ਜਿਹੜਾ ਇੱਕ ਹਵਾ ਦੇ ਬੁੱਲੇ ਦੇ ਲਈ ਖਿਜਿਆ ਬੈਠਾ ਵੀ ਹਵਾ ਦਾ ਬੁੱਲਾ ਆਵੇ ਤਾਂ ਮੈਨੂੰ ਕਿਤੇ ਨਾ ਕਿਤੇ ਥੋੜੀ ਬਹੁਤੀ ਸ਼ਾਂਤੀ ਮਿਲੇ। ਤੇ ਉਹਦਾ ਜਿਹੜਾ ਮਾਸ ਹੈਗਾ ਥਾਂ ਤੋਂ ਸੜਿਆ ਹੋਇਆ ਜਾਂ ਥਾਂ ਤੋਂ ਉਹ ਮੱਚਿਆ ਹੋਇਆ, ਉਸ ਜਿਹੜਾ ਗਰਮ ਲੋਹਾ ਪੈ ਕੇ ਉਹ ਖਿਜ ਰਿਹਾ ਅਸਮਾਨ ਦੇ ਉੱਪਰ, ਝਾਕ ਰਿਹਾ ਕਿ ਕਦੇ ਹਵਾ ਦਾ ਬੁੱਲਾ ਆਵੇ। ਜਿਹਦੇ ਹੱਥ ਵਿਚਲਾ ਜਿਹੜਾ 14 ਫਲ ਹੈ ਨਾ, ਕਦੇ ਤਾਂ ਤਲਵਾਰ ਬਣ ਸਕਦਾ ਹੈ, ਲੜਾਈ ਦੇ ਲਈ ਜਿਹੜੀ ਜ਼ਰੂਰੀ ਹੈ ਤਲਵਾਰ ਹਥਿਆਰ ਬਣ ਜਾਂਦਾ ਹੈ, ਤੇ ਕਦੀ ਸਿਰਫ ਟੋਕਾ ਬਣ ਕੇ ਰਹਿ ਜਾਂਦਾ ਹੈ ਜਿਹੜੀ ਪੱਠਿਆਂ ਦੀ ਪੰਡ ਨੂੰ ਕੁਤਰਨ ਜੋਗਾ ਹੀ ਹੁੰਦਾ ਹੈ। ਮੈਂ ਹੁਣੇ ਤੁਹਾਡੇ ਲਈ ਕਿਸੇ ਹਾਰਮੋਨੀਅਮ ਦਾ ਪੱਖਾ ਨਹੀਂ ਹੋ ਸਕਦਾ, ਮੈਂ ਭਾਂਡੇ ਮਾਂਜਦੀ ਝੀਰੀ ਦੀਆਂ ਉਂਗਲਾਂ ਚੋਂ ਸਿਮਦਾ ਰਾਗ ਹਾਂ ਕੇਵਲ। ਕਹਿੰਦਾ ਮੈਂ ਤੁਹਾਡੇ ਵਾਂਗੂ ਰੋਮਾਂਟਿਕ ਗੱਲਾਂ ਨਹੀਂ ਕਰਾਂਗਾ, ਹਾਰਮੋਨੀਅਮਾਂ ਦੀ ਗੱਲਾਂ ਨਹੀਂ ਕਰਾਂਗਾ, ਸੰਗੀਤ ਦੀ ਗੱਲ ਨਹੀਂ ਕਰਾਂਗਾ।
मैं तो उस गरीब औरत की गल करांगा जिहड़ी सारी उम्र भांडे मांजदी रही है, लोगों के घरां दे विच जाके भांडे मांजदी रही है। उहदे भांडे मांजदी दी जिहड़ियां उंगलां उन्हां दे विचों जिहड़ा खून सिमरिया मेरे लिए तो एक राग है। मेरे कोल सोहज दी उस सुपन सीमा तो उरे हाला करन नूं बहुत गल्लां हन। कहंदा मैं जिहड़ा सुपनमई गल्लां करदे आ ना, जिहड़े सोहज दीयां गल्लां करदे आ, उहदे तो इलावा होर भी बहुत सारियां गल्लां करनियां साडे समाज लई जरूरी है। मैं तो उन्हां दी गल करूंगा। अजे मैं धरती ते छाए किसे सीरी दे काले शाह बुल्लां जही रात दी ही गल करांगा। कहंदा एक सीरी है जिहड़ा किसी जिमीदार दे नाल गल्लां रलिया होया गा साल दे लई ठेके ते जां हिस्से दे उपर, मैं ओहदी गल करूंगा जां उस इतिहास दी जो मेरे बाप दे धुप्प नाल लुसे मोहरां उत्ते उकरिया है। ते साडा पीढ़ी दर पीढ़ी एक किसान है जिहड़ा ਉਹਦਾ ਪਿਓ ਵੀ ਉਹਨਾਂ ਖੇਤਾਂ ਦੇ ਵਿੱਚ ਹੀ ਰੁਲ ਗਿਆ, ਉਹਦਾ ਦਾਦਾ ਵੀ ਉਹਨਾਂ ਖੇਤਾਂ 'ਚ ਹੀ ਰੁਲ ਗਿਆ। ਉਹਨੇ ਕੁਛ ਵੀ ਨਹੀਂ ਕੱਢਿਆ ਖੇਤਾਂ ਦੇ ਵਿੱਚ, ਸਿਰਫ ਜ਼ਿੰਦਗੀ ਪਾਸ ਕੀਤੀ ਹੈ। ਮੈਂ ਤਾਂ ਕਹਿੰਦਾ ਇੱਕ ਇਸ ਇਤਿਹਾਸ ਦੀ ਗੱਲ ਕਰੂੰਗਾ ਜਾਂ ਆਪਣੀ ਮਾਂ ਦੇ ਪੈਰੀ ਪਾਟੀਆਂ ਵਿਆਹੀਆਂ ਦੇ ਭੂਗੋਲ ਦੀ ਹੀ ਗੱਲ ਕਰਾਂਗਾ। ਮੇਰੀ ਮਾਂ ਸਾਰੀ ਉਮਰ ਕਹਿੰਦਾ ਕਿ ਜੂਝਦੀ ਰਹੀ ਹੈ, ਮੇਰੀ ਮਾਂ ਸਾਰੀ ਉਮਰ ਸੰਘਰਸ਼ ਕਰਦੀ ਰਹੀ ਹੈ ਜਿਉਣ ਦੇ ਲਈ। मैं तो कहता उस दे हत्थां दे विच पैरां दे विच जिहड़ियां ब्याहियां पाटियां होईयां सी उहदे भंगोल दी उहदी स्थिति की गल करूंगा। मेरे तो आस ना करियो कि मैं खेतां दा पुत्त हो के तुहाडे चगले हुए स्वादां दी कोई गल करांगा जिन्हां दे हड़ च रुड़ जांदी है साडे बच्चों की तोतली कविता ते साडियां धीआं दा कंज हासा। कहंदा मैं तां जिहड़े किसान दे गरीब मजदूर है उन्हां दे बच्चों की गल करूंगा। उन्हां दे बच्चों भी पूरा मौका मिलना चाहिए विकास करन दा, उन्हां दे बच्चों पूरा मौका मिलना चाहिए हैगा समाज दे विच रहन दा। उन्हां दा भी उन्ना ही हक है जिन्ना अमीरां दे बच्चों का हक है। सो विद्यार्थियों इस कविता दे विच कवि ने सधारण लोगों दी समस्यावां नूं दी पेशकारी करन दी कोशिश की है ते इस गल्लों इनकार किया कि मैं मुहब्बत ते प्यार की गल नहीं करांगा। सो विद्यार्थियों इस कविता दे विच बड़े स्पष्ट ढंग दे नाल कवि ने एक गल कही है कि उस तो आस ना रखियो कि वह चगले हुए स्वादां दी गल करेगा जिवें सोहजवादी ते प्रगतिवादी रोमांटिक कविता दे विच कीती जांदी है। सगों कहंदा मैं तां एक किसान दा पुत्त हां, किसानां ते किसानी नाल संबंधित लोगां दे दुखां मुसीबतां ते तकलीफां दी ही गल अपनी कविता दे विच करूंगा। मैं प्रचलित सोहजवादी प्रगतिवादी रोमांटिक विचारां नूं रद्द करदा ते इस दे मुकाबले एक अजिही कावधारा की सिरजना करने की गल करदा जिहड़े लोक हितां की गल करते होण और जिहड़े लोगां दे फायदे की गल करते होण, साधारण लोगों दी समस्यावां की गल करते होण। मैं उस कावधारा जां उस विचारधारा नूं अपनी गल दे विच पेश करनी चाहुंदा। पाश ने बड़े स्पष्ट रूप दे विच इस कविता विच एक गल कीती है कि जिहड़े खेतां दे विच काम करन वाले लोग किरती लोग है ना, उन्हां दे बहुत सारियां दुख हैगे आ, बहुत सारियां मुसीबतां है। मैं उन्हां दी गल करूंगा। नाल ही किसानां नूं करजे विच फसाउण वाले बैंक दे सैकटरी, उस नाल धक्का करन वाले सरपंच ते होरनां सारे लुटेरियां नूं नंगे करना मेरी रीझ है कि मैं अपनी कविता दे विच उन्हां नूं नंगे करां। एक सिस्टम है, एक सिस्टम नूं मैं नंगा करूंगा। एक स्थापति है, स्थापति के खिलाफ मैं खड़ूंगा ते साधारण लोगों नूं स्थापति के खिलाफ लड़ना सिखाऊंगा। इस कविता दे विच विद्यार्थियों कवि ने इन्नी ही गल कीती है। दूसरी कविता दी हुण आपां गल करते हैं, दूसरी कविता का आपां हुण जिक्र करते हैं। दूसरी कविता उहदी हैगी है सब तो खतरनाक। ये भी बड़ी सोहनी कविता है और बड़ी मशहूर कविता होगी। किरत दी लुट सब तो खतरनाक नहीं हुंदी। इहदे विच ना असल दे विच विद्यार्थियों कवि दस रहा कि खतरनाक की हुंदा है, सब तो खतरनाक की हुंदा है। इस कविता विच कवि एक गल दसदा कि मनुख दा जिहड़ा अपने आप दे मुर्दा शांति नाल भर जाना, ये सब कुछ सही जाना, ये साडे सुपने का मर जाना, ये अणख का मरना, ये सारा कुछ ये चीज़ां खतरनाक है। बाकी गल्लां तां सुधारदियां, कहंदा ये तां जिंदगी दे विच वापरदियां रहिंदियां, उन्हां दी गल नहीं आपां करनी। आपां तां इस चीज़ की गल करनी हैगी कि जिहड़ा सारिआं तों खतरनाक चीज़ां किहड़ियां-किहड़ियां हैगियां और इन्हां दी बजाए आपां एक पहचान करनी है कि साडी जिंदगी दे विच की कुछ होना चाहिए है जिस दे ढंग नाल असीं अपनी जिंदगी नूं बेहतर बना सकीए ते वधिया सोच दा एक निर्माण कर सकीए। किरत दी लुट सब तो खतरनाक नहीं हुंदी, पुलिस दी कुट सब तो खतरनाक नहीं हुंदी, गदारी लोभ दी मुठ सब तो खतरनाक नहीं हुंदी। कहंदा जिहड़ी किरत हुंदी है इहदी लुट हुंदी है, पुलिस है इहदी कुट हुंदी है, ते जां गदारी
ਦੇ ਲੋਭ ਦੀ ਖਾਤਰ ਵਿਕ ਜਾਣਾ, ਇਹ ਚੀਜ਼ਾਂ ਸਾਰੀਆਂ ਖਤਰਨਾਕ ਨਹੀਂ ਹੁੰਦੀਆਂ। ਕਹਿੰਦਾ ਮੇਰੇ ਲਈ ਬੈਠੇ ਸੁੱਤੇ ਫੜਿਆ ਜਾਣਾ ਬੁਰਾ ਤਾਂ ਹੈ, ਡਰੂ ਜਿਹੀ ਚੁੱਪ ਵਿੱਚ ਮੜੇ ਜਾਣਾ ਬੁਰਾ ਤਾਂ ਹੈ, ਸਭ ਤੋਂ ਖਤਰਨਾਕ ਨਹੀਂ ਹੁੰਦਾ। ਕਹਿੰਦਾ ਵੈਸੇ ਤੁਸੀਂ ਬਗੈਰ ਕਿਸੇ ਕੰਮ ਤੋਂ ਕਰੇ ਹੋਏ ਸੰਘਰਸ਼ ਦੇ ਵਿੱਚ ਲੜੇ ਜਾਂ ਸੰਘਰਸ਼ ਕਰਨ ਤੋਂ ਬਗੈਰ ਹੀ ਤੁਸੀਂ ਫੜੇ ਜਾਂਦੇ ਹੋ, ਜਾਂ ਕਿਸੇ ਚੀਜ਼ ਦੀ ਕਿਸੇ ਘਟਨਾ ਨੂੰ ਦੇਖ ਕੇ ਚੁੱਪ ਕਰ ਜਾਂਦੇ ਹੋ, ਇਹ ਕਹਿੰਦਾ ਮਾੜੀ ਗੱਲ ਤਾਂ ਹੈਗੀ ਆ, ਪਰ ਕਹਿੰਦਾ ਸਭ ਤੋਂ ਖਤਰਨਾਕ ਨਹੀਂ ਹੁੰਦਾ। ਕਪਟ ਦੇ ਸ਼ੋਰ ਵਿੱਚ ਸਹੀ ਹੁੰਦਿਆਂ ਵੀ ਦਬ ਜਾਣਾ ਬੁਰਾ ਤਾਂ ਹੈ। ਕਹਿੰਦਾ ਝੂਠ ਹੈ, ਝੂਠ ਦਾ ਸ਼ੋਰ ਹੈ ਬਹੁਤ ਜ਼ਿਆਦਾ, ਜਿਵੇਂ ਅੱਜ ਕੱਲ੍ਹ ਵਰਤਮਾਨ ਯੁੱਗ ਦੇ ਵਿੱਚ ਹੋ ਰਿਹਾ। ਝੂਠੀਆਂ ਗੱਲਾਂ ਦੇ ਵਿੱਚ ਲੋਕਾਂ ਨੂੰ ਫਸਾਇਆ ਜਾ ਰਿਹਾ, ਇੱਕ ਤਰ੍ਹਾਂ ਦੇ ਨਾਲ ਸਿਸਟਮ ਉਸ ਚੀਜ਼ ਦਾ ਪ੍ਰਚਾਰ ਕਰ ਰਿਹਾ ਜਿਹੜੀ ਝੂਠੀ ਹੈਗੀ ਹੈ, ਔਰ ਲੋਕਾਂ ਨੂੰ ਉਹਦੇ ਪਿੱਛੇ ਲਾ ਕੇ ਆਪਣੀ ਸੱਤਾ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਧਰਮ ਦੇ ਨਾਂ ਦੇ ਉੱਪਰ ਲੋਕਾਂ ਨੂੰ ਵੰਡਿਆ ਜਾਂਦਾ ਹੈ, ਜਾਤ ਦੇ ਨਾਂ ਦੇ ਉੱਪਰ ਲੋਕਾਂ ਨੂੰ ਵੰਡਿਆ ਜਾਂਦਾ ਹੈ, ਤੇ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਉਹਨਾਂ ਦੀ ਗੱਲ ਨਹੀਂ ਕੀਤੀ ਜਾਂਦੀ। ਜਿਵੇਂ ਬੇਰੁਜ਼ਗਾਰੀ ਦੀ ਗੱਲ ਨਹੀਂ ਕਰਦੀਆਂ ਸਰਕਾਰਾਂ, ਲੋਕਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਨਹੀਂ ਕਰਦੀਆਂ, ਸਗੋਂ ਧਰਮ ਦਾ ਇੱਕ ਨਾਅਰਾ ਦੇ ਕੇ ਲੋਕਾਂ ਨੂੰ ਹੋਰ ਪਾਸੇ ਉਹਨਾਂ ਦਾ ਧਿਆਨ ਭਟਕਾ ਦਿੰਦੀਆਂ। ਕਹਿੰਦਾ ਬੈਠੇ ਸੁੱਤੇ ਫੜੇ ਜਾਣਾ ਬੁਰਾ ਤਾਂ ਹੈ, ਡਰੂ ਜਿਹੀ ਚੁੱਪ ਵਿੱਚ ਮੜੇ ਜਾਣਾ ਬੁਰਾ ਤਾਂ ਹੈ, ਸਭ ਤੋਂ ਖਤਰਨਾਕ ਨਹੀਂ ਹੁੰਦਾ। ਕਹਿੰਦਾ ਕਪਟ ਦੇ ਸ਼ੋਰ ਵਿੱਚ ਸਹੀ ਹੁੰਦਿਆਂ ਵੀ ਦਬ ਜਾਣਾ ਬੁਰਾ ਤਾਂ ਹੈ। ਝੂਠ ਹੈ, ਝੂਠ ਦਾ ਇੱਕ ਸ਼ੋਰ ਹੈ, ਉਹਦੇ ਵਿੱਚ ਤੁਸੀਂ ਦਬ ਜਾਂਦੇ ਹੋ। ਕਹਿੰਦਾ ਚਲੋ ਠੀਕ ਹੈ, ਬੁਰਾ ਹੈ, ਪਰ ਸਭ ਤੋਂ ਖਤਰਨਾਕ ਨਹੀਂ। ਕਿਸੇ ਜੁਗਨੂ ਦੀ ਲੋਭ ਵਿੱਚ ਪੜਨ ਲੱਗ ਜਾਣਾ ਬੁਰਾ ਤਾਂ ਹੈ, ਸਭ ਤੋਂ ਖਤਰਨਾਕ ਨਹੀਂ। ਕਹਿੰਦਾ ਛੋਟੀ ਜਿਹੀ ਆਸ ਹੁੰਦੀ ਹੈ, ਛੋਟੀ ਜਿਹੀ ਆਸ ਨੂੰ ਵੱਡੀ ਸਾਰੀ ਆਸ ਬਣਾ ਕੇ ਦਿਖਾ ਦੇਣਾ, ਇਹ ਕਹਿੰਦਾ ਬੁਰਾ ਤਾਂ ਹੈਗਾ, ਪਰ ਕਹਿੰਦਾ ਸਭ ਤੋਂ ਖਤਰਨਾਕ ਨਹੀਂ ਹੈਗਾ। ਜੁਗਨੀ ਲੋਭ ਦੇ ਵਿੱਚ ਕਿ ਆਪਣੀ ਸੋਚ ਨੂੰ ਕਿਸੇ ਹੋਰ ਪਾਸੇ ਲੈ ਜਾਣਾ, ਜਾਂ ਆਪਣੀ ਜਿਹੜੀ ਸੋਚ ਹੈਗੀ ਹੈ ਨਾ ਵਿਦਿਆਰਥੀਓ, ਛੋਟੀ ਜਿਹੀ ਆਸ ਦੇ ਮਗਰ ਹੀ ਖਤਮ ਕਰ ਦੇਣਾ ਖਤਰਨਾਕ ਤਾਂ ਹੈਗਾ। ਕਹਿੰਦਾ ਪਰ ਸਭ ਤੋਂ ਬੁਰਾ ਤਾਂ ਹੈਗਾ, ਪਰ ਸਭ ਤੋਂ ਖਤਰਨਾਕ ਨਹੀਂ ਹੈਗਾ। ਸਭ ਤੋਂ ਖਤਰਨਾਕ ਕੀ ਹੈ? ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਨਾਲ ਭਰ ਜਾਣਾ, ਨਾ ਹੋਣਾ ਤੜਫ ਦਾ ਸਭ ਸਹਿਣ ਕਰ ਜਾਣਾ, ਘਰਾਂ ਤੋਂ ਨਿਕਲਣਾ ਕੰਮ ਤੇ ਕੰਮ ਤੋਂ ਘਰ ਜਾਣਾ। ਸਭ ਤੋਂ ਖਤਰਨਾਕ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ, ਇਹ ਚੀਜ਼ ਸਭ ਤੋਂ ਖਤਰਨਾਕ ਹੈ। ਹੁਣ ਜਦੋਂ ਇਨਸਾਨ ਦੇ ਸੁਪਨੇ ਖਤਮ ਹੁੰਦੇ ਆ ਨਾ, ਉਸ ਤੋਂ ਬਾਅਦ ਇਨਸਾਨ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ। ਕਦੇ ਵੀ ਕਹਿੰਦਾ ਤੁਸੀਂ ਆਪਣੇ ਸੁਪਨਿਆਂ ਨੂੰ ਮਰਨ ਨਹੀਂ ਦੇਣਾ, ਸੁਪਨੇ ਹਮੇਸ਼ਾ ਕਾਇਮ ਰੱਖਣੇ ਚਾਹੀਦੇ ਜ਼ਿੰਦਗੀ ਦੇ ਵਿੱਚ। ਜਿੰਨਾ ਚਿਰ ਸੁਪਨੇ ਉਹਨਾਂ ਚਿਰ ਤੁਹਾਡੀ ਜ਼ਿੰਦਗੀ ਹੈ, ਜਿਹਦੇ ਸੁਪਨੇ ਖਤਮ ਹੋ ਗਏ ਉਦੋਂ ਤੁਹਾਡੀ ਜ਼ਿੰਦਗੀ ਵੀ ਖਤਮ ਹੈਗੀ ਹੈ। ਸਭ ਤੋਂ ਖਤਰਨਾਕ ਕੀ ਹੁੰਦਾ ਕਿ ਤੁਸੀਂ ਮੁਰਦਾ ਸ਼ਾਂਤੀ ਨਾਲ ਭਰ ਜਾਂਦੇ ਹੋ, ਸਾਰਾ ਕੁਝ ਤੁਹਾਡੇ ਸਾਹਮਣੇ ਵਰਤ ਰਿਹਾ ਹੈ, ਤੁਸੀਂ ਅੱਖਾਂ ਮੀਚ ਲੈਂਦੇ ਹੋ, ਤੁਹਾਡੇ ਮਨ ਦੇ ਵਿੱਚ ਤੜਫ ਹੀ ਨਹੀਂ ਕੋਈ, ਲੜਨ ਦਾ ਸਾਹਸ ਹੀ ਨਹੀਂ ਕੋਈ, ਗਲਤ ਨੂੰ ਗਲਤ ਕਹਿਣ ਦੀ ਤੁਹਾਡੇ 'ਚ ਹਿੰਮਤ ਨਹੀਂ, ਸਾਰਾ ਕੁਝ ਤੁਸੀਂ ਸਹਿਣ ਕਰੀ ਜਾਂਦੇ ਹੋ, ਘਰਾਂ ਤੋਂ ਨਿਕਲਦੇ ਹੋ ਕੰਮ ਤੇ ਕੰਮ ਤੋਂ ਘਰ ਜਾਂਦੇ ਹੋ। ਸਭ ਤੋਂ ਖਤਰਨਾਕ ਹੈ ਸਾਡੇ ਸੁਪਨੇ ਦਾ ਮਰ ਜਾਣਾ, ਇਹ ਚੀਜ਼ਾਂ ਸਾਰੀਆਂ ਖਤਰਨਾਕ ਹੈ। ਤੁਸੀਂ ਕਹਿੰਦਾ ਗਲਤ ਨੂੰ ਗਲਤ ਕਹਿਣ ਦੇ ਹਿੰਮਤ ਨਹੀਂ ਕਰ ਪਾਉਂਦੇ, ਤੁਹਾਡੇ ਮਨਾਂ ਦੇ ਵਿੱਚ ਇੱਕ ਡਰ ਛੁਪਿਆ ਹੋਇਆ, ਡਰ ਕਰਕੇ ਤੁਸੀਂ ਬੋਲ ਨਹੀਂ ਸਕਦੇ, ਤੁਸੀਂ ਆਪਣੀਆਂ ਲੋੜਾਂ ਨੂੰ ਸੀਮਿਤ ਕਰੀ ਜਾਂਦੇ ਹੋ, ਤੁਸੀਂ ਸਰਕਾਰੀ ਜਾਂ ਜਿਹੜੀ ਸਿਸਟਮ ਹੈ ਉਹਦੇ ਜ਼ੁਲਮ ਦੇ ਖਿਲਾਫ ਬੋਲ ਨਹੀਂ ਰਹੇ। ਇਹ ਸਭ ਤੋਂ ਖਤਰਨਾਕ ਹੈ। ਤੇ ਸਾਰਿਆਂ ਤੋਂ ਖਤਰਨਾਕ ਜਿਹੜੀ ਵੱਡੀ ਚੀਜ਼ ਹੈ ਕਿ ਤੁਹਾਡੇ ਸੁਪਨੇ ਜਦੋਂ ਮਰਦੇ ਆ, ਉਹ ਸਭ ਤੋਂ ਖਤਰਨਾਕ ਹੈ। ਸਭ ਤੋਂ ਖਤਰਨਾਕ ਉਹ ਘੜੀ ਹੁੰਦੀ ਹੈ ਤੁਹਾਡੇ ਗੁੱਟ ਤੇ ਚੱਲਦੀ ਹੋਈ ਵੀ ਤੁਹਾਡੀ ਨਜ਼ਰ ਦੇ ਲਈ ਖੜੀ ਹੁੰਦੀ ਹੈ। ਦੇਖੋ ਵਿਦਿਆਰਥੀਓ, ਕਿੰਨੀਆਂ ਵਧੀਆ ਵਧੀਆ ਚੀਜ਼ਾਂ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਕਵੀ ਇਹ ਗੱਲ ਦੇਖੋ, ਕਹਿ ਰਿਹਾ ਸਭ ਤੋਂ ਖਤਰਨਾਕ ਉਹ ਘੜੀ ਹੁੰਦੀ ਹੈ ਤੁਹਾਡੇ ਗੁੱਟ ਤੇ ਚੱਲਦੀ ਹੋਈ ਵੀ ਤੁਹਾਡੀ ਨਜ਼ਰ ਦੇ ਲਈ ਖੜੀ ਹੁੰਦੀ ਹੈ। ਕਹਿੰਦਾ ਤੁਸੀਂ ਜਦੋਂ ਨਾ ਜਿਉਣਾ ਹੀ ਭੁੱਲ ਜਾਂਦੇ ਹੋ, ਤੁਸੀਂ ਆਪਣੇ ਵਿਚਾਰਾਂ ਨੂੰ ਖਤਮ ਕਰ ਲੈਂਦੇ ਹੋ, ਤੁਹਾਡੇ ਗੁੱਟ ਤੇ ਜਿਹੜੀ ਬੰਨੀ ਹੋਈ ਘੜੀ ਹੈ ਉਹ ਚੱਲ ਰਹੀ ਹੈ ਕਿ ਨਹੀਂ ਚੱਲ ਰਹੀ? ਜੇ ਚੱਲ ਰਹੀ ਹੈ ਤਾਂ ਤੁਹਾਡੀ ਨਜ਼ਰ ਦੇ ਵਿੱਚ ਉਹ ਖੜੀ ਹੈ। ਅਜਿਹੀ ਮੁਰਦਾ ਜੀਵਨ ਜਿਹੜਾ ਤੁਸੀਂ ਜਿਉ ਰਹੇ ਹੋ ਨਾ, ਮਰਿਆਂ ਵਾਲਾ ਜਿਹੜਾ ਜੀਵਨ ਜਿਉ ਰਹੇ ਹੋ ਨਾ, ਇਹ ਸਭ ਤੋਂ ਖਤਰਨਾਕ ਹੈ। ਕਵੀ ਕਹਿੰਦਾ ਸਭ ਤੋਂ ਖਤਰਨਾਕ ਉਹ ਅੱਖ ਹੁੰਦੀ ਹੈ ਜੋ ਸਭ ਦੇਖਦੀ ਹੋਈ ਵੀ ਠੰਡੀ ਯੱਖ ਹੁੰਦੀ ਹੈ, ਠੰਡੀ ਯੱਖ। ਕਹਿੰਦਾ ਤੁਹਾਡੇ ਸਾਹਮਣੇ ਗਲਤ ਵਾਪਰ ਰਿਹਾ, ਤੁਸੀਂ ਸਾਰਾ ਕੁਝ ਦੇਖ ਰਹੇ ਹੋ, ਪਰ ਸਾਰਾ ਕੁਝ ਦੇਖ ਕੇ ਤੁਹਾਡੀ ਅੱਖ ਬਰਫ਼ ਦੀ ਤਰ੍ਹਾਂ ਠੰਡੀ ਰਹਿੰਦੀ ਹੈ, ਉਸ ਵਿੱਚ ਗੁੱਸੇ ਦੀਆਂ ਲਾਟਾਂ ਨਹੀਂ ਨਿਕਲ ਰਹੀਆਂ। ਇਹ ਚੀਜ਼ ਕਵੀ ਕਹਿੰਦਾ ਸਭ ਤੋਂ ਖਤਰਨਾਕ ਹੈ ਵਿਦਿਆਰਥੀਓ। ਇਸ ਤਰ੍ਹਾਂ ਦੇ ਨਾਲ ਤੁਸੀਂ ਸਮਾਜ ਨੂੰ ਨਹੀਂ ਬਦਲ ਸਕਦੇ, ਇਸ ਤਰ੍ਹਾਂ ਦੇ ਨਾਲ ਤੁਸੀਂ ਕੋਈ ਕ੍ਰਾਂਤੀ ਨਹੀਂ ਲਿਆ ਸਕਦੇ ਜਦੋਂ ਤੁਹਾਡੀ ਅੱਖ ਦੇਖਦੀ ਹੋਈ ਵੀ ਉਹਨੂੰ ਗਲਤ ਨਹੀਂ ਕਹਿੰਦੀ, ਜਿਸ ਦੀ ਨਜ਼ਰ ਦੁਨੀਆ ਨੂੰ ਮੁਹੱਬਤ ਨਾਲ ਚੁੰਮਣਾ ਭੁੱਲ ਜਾਂਦੀ ਹੈ, ਜੋ ਚੀਜ਼ਾਂ ਚੋਂ ਉੱਠਦੀ ਅੰਨੇਪਣ ਦੀ ਭਾਪ ਉੱਤੇ ਡੁੱਲ ਜਾਂਦੀ ਹੈ।
ਕਹਿੰਦਾ ਜੋ ਸਾਹਮਣੇ ਤੁਹਾਡੇ ਪਿਆ ਹੈਗਾ ਉਹਦੇ ਵਿੱਚ ਜਿਹੜਾ ਬਨੌਟੀਪਣ ਹੈਗਾ, ਜਦੋਂ ਤੁਸੀਂ ਉਹਦੇ ਮਗਰ ਲੱਗ ਜਾਂਦੇ ਹੋ ਤੇ ਤੁਹਾਡੀ ਜਿਹੜੀ ਨਜ਼ਰ ਹੈਗੀ ਹੈ ਉਹ ਪਿਆਰ ਦੇ ਨਾਲ ਦੁਨੀਆ ਨੂੰ ਚੁੰਮਣਾ ਭੁੱਲ ਜਾਂਦੀ ਹੈ ਔਰ ਅੰਨੇਪਣ ਦੀ ਭਾਪ ਉੱਤੇ ਹੀ ਮੋਹਤ ਹੋ ਜਾਂਦੀ ਹੈ। ਜਿਹੜਾ ਹਰ ਰੋਜ਼ ਦਿਸਦੇ ਦੀ ਸਧਾਰਨਤਾ ਨੂੰ ਪੀਂਦੀ ਹੋਈ ਕਿਸੇ ਮੰਤਰਹੀਨ ਦੁਰਹਾਉ ਦੇ ਚੱਕਰਬਾਜੀ ਵਿੱਚ ਰੋਲ ਜਾਂਦੀ ਹੈ। ਉਹ ਸਭ ਤੋਂ ਚੀਜ਼ਾਂ ਖਤਰਨਾਕ ਤਾਂ ਇਹੀ ਹੈ, ਕਹਿੰਦਾ ਜੋ ਨਿਤ ਦਿਸਦੇ ਦੀ ਦੇਖੋ ਅੱਗੇ ਕਹੀਗਾ, ਜੋ ਨਿਤ ਦਿਸਦੇ ਦੀ ਸਧਾਰਨਤਾ ਨੂੰ ਪੀਂਦੀ ਹੋਈ ਇੱਕ ਮੰਤਵਹੀਨ ਦੁਰਹਾ ਦੇ ਗਧੀ ਗੇੜ ਵਿੱਚ ਰੁਲ ਜਾਂਦੀ ਹੈ, ਜਿਹਦਾ ਕੋਈ ਮੰਤਵ ਹੀ ਨਹੀਂ ਹੁੰਦਾ। ਉਹ ਉਸ ਮੰਤਵਹੀਨ ਜ਼ਿੰਦਗੀ ਨੂੰ ਜਿਉਣ ਦੇ ਵਿੱਚ ਆਪਣਾ ਸਮਾਂ ਖਰਾਬ ਕਰੀ ਜਾਂਦੇ ਆ ਜਾਂ ਆਪਣਾ ਸਮਾਂ ਗੁਜ਼ਾਰ ਦਿੰਦੇ ਆ। ਸਭ ਤੋਂ ਖਤਰਨਾਕ ਉਹ ਚੰਨ ਹੁੰਦਾ ਹੈ ਜੋ ਹਰ ਕਤਲਕਾਂਡ ਦੇ ਬਾਅਦ ਸੁੰਨੇ ਹੋਏ ਵਿਹੜਿਆਂ ਵਿੱਚ ਚੜ੍ਹਦਾ ਹੈ ਪਰ ਤੁਹਾਡੀਆਂ ਅੱਖਾਂ ਨੂੰ ਮਿਰਚਾਂ ਵਾਂਗ ਨਹੀਂ ਲੜਦਾ। ਇਹ ਇੱਕ ਹੋਰ ਵਧੀਆ ਅਗਲਾ ਵਿਚਾਰ ਪੇਸ਼ ਕੀਤਾ ਕਵੀ ਨੇ। ਕਵੀ ਕਹਿੰਦਾ ਵੀ ਜਿਹੜੇ ਲੋਕ ਸੰਘਰਸ਼ ਕਰਦੇ ਆ, ਸੰਘਰਸ਼ ਕਰਦੇ ਹੋਏ ਉਹ ਇਸ ਦੁਨੀਆ ਤੋਂ ਚਲੇ ਜਾਂਦੇ ਆ ਔਰ ਇੱਥੇ ਖੁਸ਼ੀਆਂ ਮਨਾਈਆਂ ਜਾਂਦੀਆਂ ਜਾਂ ਇੱਕ ਚੰਨ ਜਿਹੜਾ ਉਹ ਸੁੰਨੇ ਹੋਏ ਵਿਹੜਿਆਂ ਉੱਤੇ ਚੜ੍ਹਦਾ ਹੈ ਤੇ ਤੁਹਾਡੀਆਂ ਅੱਖਾਂ ਦੇ ਵਿੱਚ ਮਿਰਚਾਂ ਵਾਂਗ ਨਹੀਂ ਲੜਦਾ। ਸਭ ਤੋਂ ਖਤਰਨਾਕ ਹੈ। ਸਭ ਤੋਂ ਖਤਰਨਾਕ ਉਹ ਗੀਤ ਹੁੰਦਾ ਤੁਹਾਡੇ ਕੰਨਾਂ ਤੱਕ ਪਹੁੰਚਣ ਲਈ ਜਿਹੜਾ ਕੀਰਨਾ ਉਲੰਘਦਾ। ਕੀਰਨਾ ਹੁੰਦਾ ਮੌਤ ਦਾ ਗੀਤ। ਸੰਘਰਸ਼ ਕਰਦੇ ਹੋਏ ਲੋਕ ਇਸ ਦੁਨੀਆ ਤੋਂ ਚਲੇ ਜਾਂਦੇ ਆ, ਉਹਨਾਂ ਦੇ ਪਿੱਛੇ ਰਹਿ ਕੇ ਲੋਕ ਉਹਨਾਂ ਦੇ ਲਈ ਕੀਰਨੇ ਕਰਦੇ ਤੇ ਦੂਸਰੇ ਪਾਸੇ ਇੱਕ ਵਰਗ ਅਜਿਹਾ ਵੀ ਹੈ ਜੋ ਉਹਨਾਂ ਦੇ ਮੌਤ ਦੇ ਉੱਪਰ ਖੁਸ਼ੀ ਮਨਾਉਂਦਾ, ਗੀਤ ਗਾਉਂਦਾ। ਜਦੋਂ ਇਹ ਚੀਜ਼ਾਂ ਦੇਖ ਕੇ ਤੁਸੀਂ ਮਾੜਾ ਨਹੀਂ ਨਾ ਕਹਿੰਦੇ ਇਹਨੂੰ, ਇਹ ਖਤਰਨਾਕ ਚੀਜ਼ ਹੈ। ਡਰੇ ਹੋਏ ਲੋਕਾਂ ਦੇ ਬਾਰ ਮੂਹਰੇ ਜੋ ਬੈਲੀ ਦੀ ਖੰਘ ਖੰਘਦਾ ਹੈ। ਤੇ ਜਿਹੜਾ ਕਹਿੰਦਾ ਡਰੇ ਹੋਏ ਲੋਕ ਉਹਨਾਂ ਨੂੰ ਹੋਰ ਡਰਾਉਂਦਾ ਹੈ। ਜਦੋਂ ਤੁਸੀਂ ਉਹ ਚੀਜ਼ ਨੂੰ ਦੇਖ ਕੇ ਉਹਦਾ ਵਿਰੋਧ ਨਹੀਂ ਕਰਦੇ, ਇਹ ਸਭ ਤੋਂ ਖਤਰਨਾਕ ਹੈ। ਸਭ ਤੋਂ ਖਤਰਨਾਕ ਉਹ ਰਾਤ ਹੁੰਦੀ ਹੈ ਜੋ ਪੈਂਦੀ ਹੈ ਜਿਉਂਦੀਆਂ ਰੂਹਾਂ ਦੇ ਆਕਾਸ਼ਾਂ ਤੇ, ਜਿਹਦੇ ਵਿੱਚ ਸਿਰਫ ਉੱਲੂ ਬੋਲਦੇ ਗਿੱਦੜ ਹਵਾਂਕਦੇ ਚਿਮਟ ਜਾਂਦੇ ਸਦੀਵੀ ਨੇਰ ਬੰਦ ਬੂਹਿਆਂ ਚੁਗਾਠਾਂ ਤੇ। ਸਭ ਤੋਂ ਖਤਰਨਾਕ ਉਹ ਦਿਸ਼ਾ ਹੁੰਦੀ ਹੈ ਜਿਹਦੇ ਵਿੱਚ ਆਤਮਾ ਦਾ ਸੂਰਜ ਡੁੱਬ ਜਾਵੇ। ਸੋ ਵਿਦਿਆਰਥੀਓ, ਇਸ ਕਵਿਤਾ ਦੇ ਵਿੱਚ ਅੱਗੇ ਵੱਧਦਾ ਹੋਇਆ ਕਵੀ ਇਹਨਾਂ ਚੀਜ਼ਾਂ ਦੀ ਵੀ ਪ੍ਰਸਤੁਤੀ ਕਰ ਰਿਹਾ ਹੈ। ਕਵੀ ਸਪਸ਼ਟ ਕਰਦਾ ਹੈ ਕਿ ਸਭ ਤੋਂ ਖਤਰਨਾਕ ਰਾਤ ਉਹ ਹੁੰਦੀ ਹੈ ਜਿਹੜੀ ਜਿਉਂਦੀਆਂ ਰੂਹਾਂ ਦੇ ਆਕਾਸ਼ ਉੱਪਰ ਪੈਂਦੀ ਹੈ। ਉੱਥੇ ਸਿਰਫ ਤੇ ਸਿਰਫ ਜਿਹੜੇ ਨੈਗੇਟਿਵ ਪੰਛੀ ਹੈਗੇ ਆ, ਨਾ ਪੱਖੀ ਪੰਛੀ ਬੋਲਣ, ਜਿਨ੍ਹਾਂ ਨੂੰ ਸਾਡੇ ਸਮਾਜ ਦੇ, ਸਾਡੇ ਵਿਸ਼ਵਾਸ ਦੇ ਵਿੱਚ ਮਾੜਾ ਗਿਣਿਆ ਜਾਂਦਾ, ਜਿਵੇਂ ਉੱਲੂਆਂ ਦਾ ਬੋਲਣਾ, ਗਿੱਦੜਾਂ ਦਾ ਹਵਾਂਕਣਾ ਅਤੇ ਬੰਦ ਬੂਹਿਆਂ ਦੀਆਂ ਚੁਗਾਠਾਂ ਉੱਤੇ ਸਦੀਵੀ ਹਨੇਰੇ ਦੇ ਚੁੰਬੜ ਜਾਣਾ, ਇਹ ਸਾਰਾ ਕੁਝ ਅਸਲ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਨਾ ਪੱਖੀ ਵਿਚਾਰਾਂ ਨੂੰ ਪੇਸ਼ ਕਰਦਾ। ਜਦੋਂ ਇਹਨਾਂ ਨੂੰ ਦੇਖ ਕੇ ਤੁਸੀਂ ਨਹੀਂ ਕਿਤੇ ਬੋਲਦੇ ਨਾ, ਇਹ ਸਭ ਤੋਂ ਖਤਰਨਾਕ ਹੈ। ਸਭ ਤੋਂ ਖਤਰਨਾਕ ਰਾਤ ਉਹ ਹੁੰਦੀ ਹੈ, ਕਹਿੰਦਾ, ਜਿਹੜੀਆਂ ਜਿਉਂਦੀਆਂ ਰੂਹਾਂ ਦੇ ਜੀਵਨ ਵਿੱਚ ਘੋਰ ਨਿਰਾਸ਼ਾ ਤੇ ਬੇਵਸੀ ਪੈਦਾ ਕਰ ਦਿੰਦੀ ਹੈ। ਆਹ ਵੱਡੀ ਗੱਲ ਕਹਿਤੀ ਹੈ। ਜਦੋਂ ਘੋਰ ਨਿਰਾਸ਼ਾ ਆ ਜੇ ਨਾ ਬੰਦੇ ਦੇ ਮਨ ਦੇ ਵਿੱਚ ਤੇ ਬੰਦਾ ਲੜਨਾ ਵੀ ਭੁੱਲ ਜਾਂਦਾ, ਆਪਣੇ ਹੱਕਾਂ ਲਈ ਬੋਲਣਾ ਵੀ ਭੁੱਲ ਜਾਂਦਾ। ਕਹਿੰਦਾ ਇਹ ਚੀਜ਼ ਸਭ ਤੋਂ ਜ਼ਿਆਦਾ ਖਤਰਨਾਕ ਹੁੰਦੀ ਹੈ। ਸਭ ਤੋਂ ਖਤਰਨਾਕ ਉਹ ਦਿਸ਼ਾ ਹੁੰਦੀ ਹੈ ਜਿਹਦੇ ਵਿੱਚ ਆਤਮਾ ਦਾ ਸੂਰਜ ਡੁੱਬ ਜਾਵੇ। ਹੁਣੇ ਗੱਲ ਕੀਤੀ ਆਪਾਂ, ਜਿਹਦੇ ਵਿੱਚ ਤੁਸੀਂ ਜਿਉਣਾ ਭੁੱਲ ਜਾਵੋ ਔਰ ਜਿਹਦੇ ਵਿੱਚ ਤੁਸੀਂ ਆਪਣੀ ਜਿਹੜੀ ਸੋਚ ਹੈਗੀ ਉਹਨੂੰ ਖਤਮ ਕਰ ਲਵੋ। ਇੱਥੇ ਕਹਿੰਦਾ ਸਭ ਤੋਂ ਖਤਰਨਾਕ ਉਹ ਦਿਸ਼ਾ ਹੁੰਦੀ ਹੈ ਜਿਹਦੇ ਵਿੱਚ ਆਤਮਾ ਦਾ ਸੂਰਜ ਡੁੱਬ ਜਾਵੇ ਤੇ ਉਹ ਮਰੀ ਹੋਈ ਧੁੱਪ ਦੀ ਕੋਈ ਸਿਲਤਰ ਤੁਹਾਡੇ ਜਿਸਮ ਦੇ ਪੁਰਬ ਦੇ ਵਿੱਚ ਖੁੱਭ ਜਾਵੇ। ਕਹਿੰਦਾ ਤੁਹਾਡੇ ਜੀਵਨ ਨੂੰ ਜਿਹੜੀ ਚੀਜ਼ ਹਨੇਰੇ ਵੱਲ ਧੱਕਦੀ ਹੈ ਤੇ ਦਿਸ਼ਾਹੀਨ ਕਰਦੀ ਹੈ, ਸਭ ਤੋਂ ਖਤਰਨਾਕ ਉਹ ਚੀਜ਼ ਹੈ। ਤੁਹਾਡੇ ਸੋਚ ਨੂੰ ਜਿਹੜੀ ਖੁੰਡੀ ਕਰਦੀ ਹੈ, ਤੁਹਾਨੂੰ ਹਨੇਰੇ ਵੱਲ ਧੱਕਦੀ ਹੈ, ਦਿਸ਼ਾਹੀਨ ਬਣਾ ਦਿੰਦੀ ਹੈ, ਸਭ ਤੋਂ ਖਤਰਨਾਕ ਇਹ ਚੀਜ਼ਾਂ। ਕਵੀ ਕਹਿੰਦਾ ਕਿ ਸਭ ਤੋਂ ਖਤਰਨਾਕ ਉਹ ਦਿਸ਼ਾ ਹੁੰਦੀ ਹੈ ਜਿਸ ਵਿੱਚ ਆਤਮਾ ਦਾ ਸੂਰਜ ਡੁੱਬ ਜਾਂਦਾ ਹੈ ਤੇ ਉਸ ਦੀ ਮਰੀ ਹੋਈ ਧੁੱਪ ਦੀ ਕੋਈ ਸਿਲਤਰ ਤੁਹਾਡੇ ਜਿਸਮ ਦੇ ਪੁਰਬ ਵਿੱਚ ਖੁੱਭ ਕੇ ਤੁਹਾਡੇ ਜੀਵਨ ਨੂੰ ਹਨੇਰੇ ਤੇ ਦਿਸ਼ਾਹੀਨ ਬਣਾ ਦਿੰਦੀ ਹੈ। ਇਹ ਸਭ ਤੋਂ ਖਤਰਨਾਕ ਹੁੰਦੀ ਹੈ। ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਗਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ। ਕਵੀ ਕਹਿੰਦਾ ਇਹ ਚੀਜ਼ਾਂ ਸਾਰਿਆਂ ਤੋਂ ਖਤਰਨਾਕ ਨਹੀਂ ਹੁੰਦੀਆਂ। ਖਤਰਨਾਕ ਤਾਂ ਜਿਹੜੀਆਂ ਚੀਜ਼ਾਂ ਹੈਗੀਆਂ ਉਹੀ ਹੈ ਜਿਹੜੀਆਂ ਉੱਪਰ ਉਹਨੇ ਦੱਸੀਆਂ ਹੈਗੀਆਂ। ਸੋ ਵਿਦਿਆਰਥੀਓ, ਇਸ ਕਵਿਤਾ ਦੇ ਵਿੱਚ ਕਵੀ ਨੇ ਆਪਣੀ ਇੱਕ ਵਿਚਾਰਧਾਰਾ ਨੂੰ ਪੇਸ਼ ਕੀਤਾ ਹੈਗਾ। ਪ੍ਰਤੀਬੱਧ ਵਿਚਾਰਧਾਰਾ, ਜੁਝਾਰਵਾਦੀ ਵਿਦਰੋਹ ਦੀ ਗੱਲ ਕੀਤੀ ਹੈ। ਪਾਸ਼ ਨੇ ਆਪਣੀ ਕਵਿਤਾ ਦੇ ਵਿੱਚ ਕਿਰਤ ਦੀ ਲੁੱਟ, ਪੁਲਿਸ ਦੀ ਕੁੱਟ, ਗਦਾਰੀ ਲੋਭ, ਡਰੂ ਬਣ ਕੇ ਚੁੱਪ ਰਹਿਣਾ,
ਚੁੱਪਚਾਪ ਫੜੇ ਜਾਣਾ, ਕਪਟ ਦੇ ਸ਼ੋਰ ਵਿੱਚ ਸਹੀ ਹੁੰਦਿਆਂ ਵੀ ਦਬ ਜਾਣਾ, ਇਹ ਇੰਨੇ ਖਤਰਨਾਕ ਨਹੀਂ। ਸਭ ਤੋਂ ਖਤਰਨਾਕ ਕਿਹੜੀ ਚੀਜ਼ਾਂ ਹੁੰਦੀਆਂ? ਮੁਰਦਾ ਸ਼ਾਂਤੀ ਨਾਲ ਭਰਨਾ, ਸਭ ਕੁਝ ਸਹਿ ਜਾਣਾ, ਆਪਣੇ ਕਾਰੋਬਾਰ ਨਾਲ ਹੀ ਮਤਲਬ ਰੱਖਣਾ, ਦੇਖ ਕੇ ਸਾਰੇ ਸਾਹਮਣੇ ਜਿਹੜੀ ਘਟਨਾ ਵਾਪਰੀ ਉਹਨੂੰ ਦੇਖ ਕੇ ਅਣਡਿੱਠਾ ਕਰ ਦੇਣਾ, ਭਵਿੱਖ ਦੇ ਜਿਹੜੇ ਸੁਪਨੇ ਲੈਣੇ ਆ ਉਹਨਾਂ ਨੂੰ ਮਾਰ ਲੈਣਾ, ਜਾਂ ਅਣਖੀਨ ਤੇ ਘੋਰ ਨਿਰਾਸ਼ਾ ਭਰਿਆ ਜੀਵਨ ਗੁਜ਼ਾਰਨਾ, ਆਤਮਾ ਦਾ ਮਰ ਜਾਣਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਵੀ ਦੀ ਨਜ਼ਰ ਦੇ ਵਿੱਚ ਖਤਰਨਾਕ ਹੈ। ਇਸ ਕਵਿਤਾ ਦੇ ਵਿੱਚ ਕਵੀ ਨੇ ਆਪਣੀ ਜਿਹੜੀ ਵਿਚਾਰਧਾਰਾ ਉਹਨੂੰ ਪੇਸ਼ ਕੀਤਾ ਹੈਗਾ, ਆਪਣੇ ਵਿਚਾਰਧਾਰਾ ਦੀ ਗੱਲ ਕੀਤੀ ਹੈਗੀ ਹੈ। ਹੁਣ ਆਪਾਂ ਵਿਦਿਆਰਥੀ ਉਹਦੇ ਜੀਵਨ ਦਾ ਚਰਚਾ ਕਰਦੇ ਹਾਂ। ਪਾਸ਼ 1950 ਤੋਂ 1988 ਈਸਵੀ ਜੁਝਾਰਵਾਦੀ ਪੰਜਾਬੀ ਕਵਿਤਾ ਦੀ ਲਹਿਰ ਦਾ ਸਭ ਤੋਂ ਪ੍ਰਸਿੱਧ ਸ਼ਾਇਰ ਪਾਸ਼, ਜਿਸ ਦਾ ਅਸਲ ਨਾਮ ਅਵਤਾਰ ਸਿੰਘ ਸੰਧੂ ਸੀ, ਦਾ ਜਨਮ 9 ਸਤੰਬਰ 1950 ਈਸਵੀ ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਤਲਵੰਡੀ ਸਲੇਮ ਵਿਖੇ ਹੋਇਆ। ਬੰਗਾਲ ਤੋਂ ਚੱਲੀ ਨਕਸਲਵਾੜੀ ਲਹਿਰ 1967-68 ਦੇ ਵਿੱਚ ਚੱਲੀ ਸੀ ਵਿਦਿਆਰਥੀਓ। ਇਹ ਨਕਸਲਵਾੜੀ ਇੱਕ ਪਿੰਡ ਹੈਗਾ, ਉੱਥੋਂ ਚੱਲੀ ਸੀ। ਦਾ ਪ੍ਰਭਾਵ ਜਦੋਂ ਪੰਜਾਬ ਵਿੱਚ ਤੁਰਿਆ ਤਾਂ ਪਾਸ਼ ਇਸ ਲਹਿਰ ਦਾ ਅਹਿਮ ਕਾਰਕੁਨ ਬਣਿਆ। ਜੇਲਾਂ ਗ੍ਰਿਫਤਾਰੀਆਂ ਦੇ ਨਾਲ ਕਵੀ ਹੈ ਜਿਹੜਾ ਉਹ ਕਾਵ ਸਾਧਨਾ ਨਾਲ ਵੀ ਜੁੜ ਗਿਆ, ਕਵਿਤਾ ਵੀ ਲਿਖਣ ਲੱਗ ਪਿਆ। 23 ਮਾਰਚ 1988 ਈਸਵੀ ਨੂੰ ਉਸਨੂੰ ਉਸਦੇ ਮਿੱਤਰ ਹੰਸਰਾਜ ਸਮੇਤ ਕਤਲ ਕਰ ਦਿੱਤਾ ਗਿਆ। 1998 ਨਹੀਂ ਵਿਦਿਆਰਥੀ, 1988 ਹੈ। ਪਾਸ਼ ਦੇ 3 ਕਾਵ ਸੰਗ੍ਰਹਿ ਲੋਕ ਕਥਾ 1970, ਉੜਦੇ ਬਾਜਾਂ ਮਗਰ 1976, ਸਾਡੇ ਸਮਿਆਂ ਵਿੱਚ 1978 ਈਸਵੀ ਦੇ ਵਿੱਚ ਪ੍ਰਕਾਸ਼ਿਤ ਹੋਏ ਸੀਗੇ। ਅਮਰਜੀਤ ਚੰਦਨ ਨੇ ਖਿਲਰੇ ਹੋਏ ਵਰਕੇ ਸਰਲੇਖ ਹੇਠ ਪਾਸ਼ ਦੀ ਬਾਕੀ ਅਣਛਪੀ ਕਵਿਤਾ ਸੰਪਾਦਿਤ ਕੀਤੀ। ਇਸ ਤੋਂ ਇਲਾਵਾ ਪਾਸ਼ ਦੇ ਪਿਤਾ ਜੀ ਸੋਹਣ ਸਿੰਘ ਸੰਧੂ ਨੇ ਪਾਸ਼ ਦੀ ਸਮੁੱਚੀ ਵਾਰਤਕ ਤਲਵੰਡੀ ਸਲੇਮ ਨੂੰ ਜਾਂਦੀ ਸੜਕ ਕਿਤਾਬ ਵਿੱਚ ਸੰਪਾਦਿਤ ਕੀਤੀ। ਪਾਸ਼ ਦੀ ਕਵਿਤਾ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਕੇਂਦਰ ਵਿੱਚ ਰੱਖ ਕੇ ਸਮਾਜ, ਰਾਜ, ਸੰਸਾਰ ਦੇ ਮਨੁੱਖ ਦੋਖੀ ਵਿਵਹਾਰ ਨੂੰ ਨੰਗਾ ਕਰਦੀ ਹੈ। ਸਾਡੇ ਸਮਾਜ ਦੇ ਵਿੱਚ ਵਾਪਰ ਰਹੇ ਗਲਤ ਵਰਤਾਰੇ ਨੂੰ ਨੰਗਾ ਕਰਦੀ ਹੈ। ਸਾਡੀ ਜਿਹੜੀ ਸਥਾਪਤੀ ਹੈ, ਜਿਹੜੀ ਰਾਜ ਕਰਨ ਵਾਲੀ ਸ਼੍ਰੇਣੀ ਹੈ, ਉਹਦੇ ਜਿਹੜੇ ਇਰਾਦਿਆਂ ਦਾ ਜ਼ਿਕਰ ਕਰਦੀ ਹੈ। ਉਹਦੀ ਜਿਹੜੀ ਸਥਾਪਤੀ ਕਾਇਮ ਰੱਖਣ ਦੀ ਖਾਤਰ ਜਿਹੜੇ ਗਲਤ ਢੰਗ ਅਪਣਾਏ ਜਾ ਰਹੇ ਆ ਉਹਦੀ ਗੱਲ ਕਰਦੀ ਹੈ ਉਸਦੀ ਕਵਿਤਾ। ਸੰਸਾਰ ਦੇ ਮਨੁੱਖ ਦੇ ਜਿਹੜੇ ਦੋਖੀ ਵਿਵਹਾਰ ਹੈ ਉਹਨੂੰ ਚੰਗੀ ਤਰ੍ਹਾਂ ਨੰਗਾ ਕਰਦੀ ਉਹਦੀ ਕਵਿਤਾ। ਮਨੁੱਖ ਨੂੰ ਦੱਬਣ ਦੇ ਲਈ ਤੇ ਕੁਚਲਣ ਲਈ ਜਿਹੜੀਆਂ ਗਤੀਵਿਧੀਆਂ ਕੀਤੀਆਂ ਜਾਂਦੀਆਂ, ਸਥਾਪਿਤ ਤਾਕਤਾਂ ਖਿਲਾਫ ਉਹ ਜ਼ੋਰਦਾਰ ਸ਼ਬਦ ਸਿਰਜਣਾ ਕਰਦਾ ਹੈਗਾ। ਉਹਦੀ ਕਵਿਤਾ ਦੇ ਵਿੱਚ ਜ਼ੋਰਦਾਰ ਢੰਗ ਨਾਲ ਇਹ ਚੀਜ਼ਾਂ ਪੇਸ਼ ਹੁੰਦੀਆਂ। ਉਸਦੀ ਕਵਿਤਾ ਸ਼ੋਰ ਅਤੇ ਨਾਅਰੇ ਤੋਂ ਮੁਕਤ ਹੈ। ਪੇਂਡੂ ਰਹਿਤਲ ਪੰਜਾਬੀ ਜੀਵਨ ਦੇ ਤਜਰਬੇ, ਸੰਘਰਸ਼, ਤਰਾਸਦੀਆਂ, ਅਸ਼ੋਹ ਅਤੇ ਮੌਲਿਕ ਕਾਵ ਭਾਸ਼ਾ ਰਾਹੀਂ ਉਸਨੇ ਪੰਜਾਬੀ ਹੀ ਨਹੀਂ ਭਾਰਤ ਅਤੇ ਵਿਦੇਸ਼ੀ ਸਾਹਿਤ ਵਿੱਚ ਪੰਜਾਬੀ ਕਵਿਤਾ ਦਾ ਝੰਡਾ ਬੁਲੰਦ ਕੀਤਾ ਹੈ। ਉਹ ਪੰਜਾਬੀ ਜੁਝਾਰਵਾਦੀ ਲਹਿਰ, ਨਕਸਲਵਾਦੀ ਦਰਸ਼ਨ ਆਦਿ ਨਾਲ ਇੱਕ ਸੰਵਾਦ ਦੀ ਸਪੇਸ ਵੀ ਸਿਰਜ ਰਿਹਾ ਸੀ। ਉਹ ਕਵਿਤਾ ਅਤੇ ਜ਼ਿੰਦਗੀ ਦੀ ਰਚਨਾਤਮਕਤਾ ਨੂੰ ਸਦੀਵੀ ਖੂਬਸੂਰਤੀ ਨਾਲ ਮਾਨਣ ਦਾ ਇੱਛੁਕ ਸੀ, ਪਰ ਉਸ ਲਈ ਯੁੱਧ ਅਤੇ ਸੰਘਰਸ਼ ਆਪਣੀ ਕੀਮਤ ਮੰਗਦਾ ਹੈ। ਜਦੋਂ ਤੁਸੀਂ ਤਾਂ ਤੁਹਾਨੂੰ ਯੁੱਧ ਲੜਨਾ ਪਊਗਾ ਤੇ ਯੁੱਧ ਲਈ ਤੁਹਾਨੂੰ ਬਹੁਤ ਕੁਝ ਤਿਆਗਣਾ ਵੀ ਪਊਗਾ, ਉਹਦੀ ਗੱਲ ਕਰਦਾ ਹੈ ਕਵੀ। ਪਾਸ਼ ਦੀ ਕਵਿਤਾ ਤਤਕਾਲੀ ਅਤੇ ਸਮਕਾਲੀ ਸਮਿਆਂ 'ਚ ਆਪਣਾ ਪ੍ਰਭਾਵ ਕਾਇਮ ਰੱਖਣ ਦੇ ਸਮਰੱਥ ਸ਼ਾਇਰ ਹੈ। ਉਹਦੀ ਜਿਹੜੀ ਪਹਿਲੀ ਕਵਿਤਾ ਇਨਕਾਰ ਜਿਹੜੀ ਆਪਾਂ ਕਰਕੇ ਆਏ, ਦੇਖੋ ਹੁਣ ਇਹਦੇ ਬਾਰੇ ਕੀ ਕਹਿੰਦੇ ਆ ਆਲੋਚਕ। ਇਨਕਾਰ ਅਵਤਾਰ ਪਾਸ਼ ਦੀ ਪ੍ਰਤੀਨਿਧ ਕਵਿਤਾ ਹੈ ਜਿਹੜੀ ਉਸਦੇ ਕਾਵ ਸੰਗ੍ਰਹਿ ਸਾਡੇ ਸਮਿਆਂ ਵਿੱਚ 1978 ਈਸਵੀ ਦੇ ਵਿੱਚ ਛਪੀ। ਇਸ ਕਵਿਤਾ ਦੇ ਵਿੱਚ ਪਾਸ਼ ਨੇ ਆਪਣੀ ਰਚਨਾ ਦੇ ਕੇਂਦਰੀ ਥੀਮ ਦਾ ਐਲਾਨ ਕੀਤਾ ਹੈ ਅਤੇ ਆਪਣੀ ਕਵਿਤਾ ਲਈ ਨਵੇਂ ਸੋਚ ਸ਼ਾਸਤਰ ਦਾ ਵੀ ਐਲਾਨਨਾਮਾ ਇਹਦੇ ਵਿੱਚ ਕਰਦਾ। ਉਹ ਇਸ ਕਵਿਤਾ ਦਾ ਕੇਂਦਰੀ ਥੀਮ ਕਿਰਤ ਅਤੇ ਛੋਟੇ ਕਿਸਾਨ ਦੀਆਂ ਸਮੱਸਿਆਵਾਂ ਅਤੇ ਸਰੋਕਾਰਾਂ ਦੀ ਚੇਤਨਾ ਹੈ। ਇਹ ਕਵਿਤਾ ਉਸ ਆਰਥਿਕ ਸਮਾਜਿਕ ਢਾਂਚੇ ਨੂੰ ਵਿਅੰਗ ਰਾਹੀਂ ਪ੍ਰਗਟ ਕਰਦੀ ਹੈ ਜਿਸ ਵਿੱਚ ਕਿਰਤ ਅਤੇ ਕਿਸਾਨ ਮੰਦਹਾਲੀ ਅਤੇ ਗੁਰਬਤ ਵਿੱਚ ਫਸੇ ਹੋਏ ਹਨ। ਇਸ ਕਵਿਤਾ ਰਾਹੀਂ ਪਾਸ਼ ਐਲਾਨ ਕਰਦਾ ਹੈ ਕਿ ਉਸ ਦੀ ਕਵਿਤਾ ਦੀ ਕਲਾਤਮਿਕ ਸੁੰਦਰਤਾ ਹੀ ਇਸੇ ਵਿੱਚ ਹੈ ਕਿ ਉਹ ਗਰੀਬ ਵਰਗ ਦੀਆਂ ਦੁਸ਼ਵਾਰੀਆਂ ਨੂੰ ਪੇਸ਼ ਕਰਦੀ ਹੈ। ਸਭ ਤੋਂ ਖਤਰਨਾਕ ਉਹਦੀ ਦੂਸਰੀ ਕਵਿਤਾ ਹੈ। ਇਸ ਕਵਿਤਾ ਦੇ ਵਿੱਚ ਪਾਸ਼ ਅਮਲ ਤੋਂ ਬਿਨਾਂ, ਕੰਮ ਤੋਂ ਬਿਨਾਂ, ਕਾਰਜ ਤੋਂ ਬਿਨਾਂ ਅਤੇ ਸੁਪਨਿਆਂ ਦੇ ਮਰ ਜਾਣ ਨੂੰ ਸਭ ਤੋਂ ਖਤਰਨਾਕ ਮੰਨਦਾ ਹੈ।
ਜਿਹੜਾ ਬੰਦਾ ਜ਼ੁਲਮ ਸਿਤਮ ਨੂੰ ਸਹਿੰਦਾ ਰਹਿੰਦਾ ਹੈ, ਰੂਟੀਨ ਵਿੱਚ ਵੱਜਿਆ ਰਹਿੰਦਾ ਹੈ, ਸੁਪਨੇ ਨਹੀਂ ਲੈਂਦਾ, ਉਹ ਮੁਰਦੇ ਬਰਾਬਰ ਹੈ। ਇਸ ਪ੍ਰਕਾਰ ਇਸ ਕਵਿਤਾ ਸਥਿਰਤਾ ਅਤੇ ਰੂਟੀਨ ਨੂੰ ਪੁਲਿਸ ਦੀ ਕੁੱਟ ਤੋਂ ਵੀ ਖਤਰਨਾਕ ਸਵੀਕਾਰ ਕਰਦੀ ਹੈ। ਪਾਸ਼ ਇਸ ਕਵਿਤਾ ਵਿੱਚ ਕ੍ਰਾਂਤੀਕਾਰੀ ਕਾਰਜ ਦੇ ਅਮਲ ਦਾ ਪੈਗਾਮ ਦਿੰਦਾ ਹੈ। ਸੋ ਵਿਦਿਆਰਥੀਓ, ਅਵਤਾਰ ਪਾਸ਼ ਦੀਆਂ ਇਹ ਦੋਨੇ ਕਵਿਤਾਵਾਂ ਦਾ ਪਸਾਲਾ ਅਰਥ ਵੀ ਕੀਤੇ, ਉਹਦੇ ਜੀਵਨ ਵੇਰਵੇ ਦੀ ਵੀ ਗੱਲ ਕੀਤੀ ਹੈ। ਛੋਟੇ ਕੁਐਸਚਨ ਵੀ ਸਭ ਤੋਂ ਖਤਰਨਾਕ ਕਿਹੜੀਆਂ ਚੀਜ਼ਾਂ, ਸਭ ਤੋਂ ਦੂਜੇ ਜਿਹੜੀਆਂ ਖਤਰਨਾਕ ਨਹੀਂ ਹੈਗੀਆਂ ਉਹ ਕਿਹੜੀਆਂ ਹੈਗੀਆਂ, ਛੋਟੇ ਕੁਐਸਚਨ ਕਈ ਏਰੀਏ ਤੇ ਆ ਜਾਂਦੇ ਆ। ਅਵਤਾਰ ਪਾਸ਼ ਦੇ ਕਾਬਲ ਸਿੰਘ ਰਹਿਣ ਦੀ ਗੱਲ ਕਰੋ, ਇਹ ਵੀ ਆਪਾਂ ਜ਼ਿਕਰ ਕੀਤਾ ਹੈ, ਛੋਟੇ ਕੁਐਸਚਨ ਆ ਸਕਦੇ ਆ। ਜਾਂ ਜਿਹੜੀ ਉਹਦੀ ਪਹਿਲੀ ਕਵਿਤਾ ਸੀ ਇਨਕਾਰ ਕਵਿਤਾ ਦੇ ਵਿੱਚ ਕਵੀ ਕਿਸ ਵਿਚਾਰਧਾਰਾ ਦੀ ਗੱਲ ਕਰਦਾ, ਕਿਸ ਵਿਚਾਰਧਾਰਾ ਨੂੰ ਰੱਦ ਕਰਦਾ ਹੈ, ਉਹਦੇ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ, ਦੱਸਣ ਦੀ ਕੋਸ਼ਿਸ਼ ਕੀਤੀ ਹੈਗੀ ਕਿ ਉਹਦੇ ਵਿੱਚ ਕਿਤੇ ਨਾ ਸਫਲਤਾ ਦੇ ਨਾਲ ਦੱਸਣ ਦੀ ਇਹ ਕਾਮਯਾਬੀ ਹਾਸਲ ਕੀਤੀ, ਕੋਸ਼ਿਸ਼ ਕੀਤੀ ਹੈ ਕਿ ਕਿਸ ਢੰਗ ਦੇ ਨਾਲ ਜਿਹੜੀ ਇਹ ਵੱਖਰਾਪਣ ਹੈਗਾ ਦੋਨਾਂ ਦੇ ਵਿੱਚ, ਇੱਕ ਰੋਮਾਂਸਵਾਦੀ ਕਵਿਤਾ ਹੈ, ਸੋਝਵਾਦੀ ਕਵਿਤਾ ਹੈ, ਤੇ ਦੂਸਰੇ ਪਾਸੇ ਜੁਝਾਰਵਾਦੀ ਕਵਿਤਾ ਹੈ। ਇਹਦੇ ਵਿੱਚ ਕੀ ਫਰਕ ਹੈ, ਤੇ ਮੈਂ ਕਵੀ ਕਹਿੰਦਾ ਮੈਂ ਕਿਹਦੇ ਨਾਲ ਖੜੂੰਗਾ, ਸਧਾਰਨ ਲੋਕਾਂ ਨਾਲ ਖੜ ਰਿਹਾ ਤੇ ਉਹਨਾਂ ਦੇ ਸੰਘਰਸ਼ ਦੀ ਗੱਲ ਕਰੂੰਗਾ, ਉਹਨਾਂ ਦੀਆਂ ਸਮੱਸਿਆਵਾਂ ਦੀ ਗੱਲ ਕਰੂੰਗਾ। ਸੋ ਵਿਦਿਆਰਥੀਓ, ਅੱਜ ਦਾ ਲੈਕਚਰ ਆਪਾਂ ਇੱਥੇ ਖਤਮ ਕਰਦੇ ਹਾਂ। ਅਗਲੇ ਲੈਕਚਰਾਂ ਦੇ ਵਿੱਚ ਆਪਾਂ ਅਗਲੇ ਕਵੀਆਂ ਦੀ ਗੱਲ ਕਰਾਂਗੇ ਤੇ ਅੱਜ ਦਾ ਲੈਕਚਰ ਇੱਥੇ ਹੀ ਖਤਮ ਹੁੰਦਾ ਹੈ।